ਆਓ ਸਭ ਤੋਂ ਪਹਿਲਾਂ ਮਨੇ ਬਿਰਤੀਆਂ ਇਕਾਗਰ ਚਿਤ ਕਰੀਏ। ਦੋਨੋਂ ਹੱਥ ਜੋੜ ਕੇ ਸਾਹਿਬਾਂ ਨੂੰ ਸੀਸ ਝੁਕਾਉਂਦੇ ਹੋਏ ਪ੍ਰੇਮ ਸਹਿਤ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਉਸੀ ਦੇਸ ਕੇ ਸਹਿਲੇ ਕਾਰਣ। ਜਗਤ ਗੁਰੂ ਜਾਹਰ ਪੀਰ ਜਗਤ ਗੁਰੂ ਬਾਬਾ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਚੌਹਾਂ ਦਿਸ਼ਾਵਾਂ ਦੀ ਉਦਾਸੀ ਕੀਤੀ। ਹੁਣ ਸੱਚੇ ਪਾਤਸ਼ਾਹ ਉੱਤਰ ਦੀ ਉਦਾਸੀ ਵਾਸਤੇ ਚੱਲੇ ਆ ਖਾਲਸਾ ਜੀ, ਭਾਵ ਕਿ ਪਰਬਤਾਂ ਦੀ ਯਾਤਰਾ ਵਾਸਤੇ, ਪਹਾੜਾਂ ਦੀ ਯਾਤਰਾ ਨੂੰ ਚੱਲੇ ਆ। ਜਿਨ੍ਹਾਂ ਪਹਾੜਾਂ ਦੇ ਵਿੱਚ ਕਈ ਸੌ ਸਾਲ ਤੋਂ ਜੋਗੀ ਜਨ ਸਿੱਧ ਸਾਧ ਸਮਾਧੀਆਂ ਲਾ ਕਰਕੇ ਬੈਠੇ ਸੀ, ਘਰਾਂ ਦਾ ਤਿਆਗ ਕਰਕੇ ਪਹਾੜਾਂ ਵਿੱਚ ਚਲੇ ਗਏ ਸੀ, ਕਿਉਂਕਿ ਮਨੋਤ ਬਣਾ ਦਿੱਤੀ ਕਿ ਜੇ ਰੱਬ ਨੂੰ ਪਾਉਣਾ ਤੇ ਫਿਰ ਘਰਾਂ ਦਾ ਪਰਿਵਾਰਾਂ ਦਾ ਤਿਆਗ ਕਰਨਾ ਪਵੇਗਾ। ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਨੇ ਸਮਝਾਇਆ, ਪਰਿਵਾਰ ਦੇ ਜੀ ਮਾੜੇ ਨਹੀਂ ਹੁੰਦੇ। ਜਾਤ ਇਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਜੇ ਉਹਦਾ ਹੁਕਮ ਹੈ ਤਾਂ ਤੈਨੂੰ ਪਰਿਵਾਰ ਦੇ ਜੀ ਮਿਲੇ ਨੇ, ਪਰ ਹੁਣ ਤੂੰ ਯਤਨ ਕਰ, ਪਰਿਵਾਰ ਦੇ ਜੀਆਂ ਨਾਲ ਬਹਿ ਕੇ ਰੱਬ ਦੀ ਸਿਫਤ ਕਰਿਆ ਕਰ। ਪਰਿਵਾਰ ਵਿੱਚ ਰਹਿ ਕੇ, ਘਰਾਂ ਵਿੱਚ ਰਹਿ ਕੇ ਵੀ ਰੱਬ ਮਿਲ ਸਕਦਾ ਹੈ। ਕਾਹੇ ਰੇ ਬਨ ਖੋਜਣ ਜਾਈ, ਜੰਗਲਾਂ ਵਿੱਚ ਕਿਹਨੂੰ ਲੱਭਦਾ ਫਿਰਦਾ ਹੈ, ਲੱਭਣਾ ਤੇ ਤੂੰ ਸੱਜਣਾ ਆਪਣੇ ਆਪ ਨੂੰ ਸੀ। ਘਰ ਦੇ ਵਿੱਚ ਬਹਿ ਕੇ, ਪਰਿਵਾਰ ਦੇ ਜੀਆਂ ਨਾਲ ਬਹਿ ਕੇ ਆਪਣੇ ਆਪ ਨੂੰ ਲੱਭਣਾ ਸੀ। ਤੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਾ ਕਰਕੇ ਦੱਸਿਆ ਕਿ ਸੰਨਿਆਸ ਜੇ ਕਰਨਾ ਰੇ ਮਨ ਐਸੋ ਕਰ ਸੰਨਿਆਸਾ, ਬਨਸੇ ਸਦਨ ਸਭੈ ਕਰ ਸਮਝੋ ਮਨ ਹੀ ਮਾਹੇ ਉਦਾਸਾ। ਮਨ ਵਿੱਚ ਉਦਾਸੀ ਧਾਰ ਕਰਕੇ ਘਰ ਨੂੰ ਹੀ ਜੰਗਲ ਬਣਾ ਲੈ ਤੇ ਘਰ ਵਿੱਚ ਰਹਿ ਕੇ ਰੱਬ ਨੂੰ ਪਾ। ਤੇ ਮੈਂ ਇੱਕ ਬੇਨਤੀ ਹੋਰ ਕਰਦਾ ਕਿ ਜੇ ਖਾਲਸਾ ਜੀ ਅੱਜ ਵੀ ਸਾਡੇ ਮਨ ਵਿੱਚ ਪ੍ਰਸ਼ਨ ਆਵੇ ਕਿ ਰੱਬ ਕਿਵੇਂ ਮਿਲੇਗਾ, ਖਾਲਸਾ ਜੀ ਇਹ ਪ੍ਰਸ਼ਨ ਗਲਤ ਹੋ ਜਾਂਦਾ ਹੈ, ਕਿਉਂਕਿ ਰੱਬ ਸਦਾ ਤਖਤ ਤੇ ਸੁਭਾਇਮਾਨ ਸਾਡੇ ਸਾਹਮਣੇ ਹਾਜ਼ਰ ਨਾਜ਼ਰ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੱਬ ਨੇ, ਖੁਦ ਖੁਦਾ ਨੇ, ਰੱਬ ਸਾਨੂੰ ਮਿਲ ਚੁੱਕਿਆ ਹੈ। ਬਸ ਹੁਣ ਰੱਬ ਦੀ ਆਵਾਜ਼ ਸੁਣਨ ਦੀ ਲੋੜ ਹੈ। ਰੱਬ ਸਾਨੂੰ ਕੀ ਕਹਿ ਰਿਹਾ ਉਸ ਨੂੰ ਮੰਨਣ ਦੀ ਲੋੜ ਹੈ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਪਰਬਤਾਂ ਦੀ ਯਾਤਰਾ ਵਾਸਤੇ ਤੁਰੇ ਨੇ। ਲਾਭ ਹਾਨ ਸੱਚ ਝੂਠ ਵਿਚਾਰਨ। ਔਰ ਇਸ ਯਾਤਰਾ ਦੇ ਵਿੱਚ ਵੇਖਣ ਵਾਸਤੇ ਤੁਰੇ ਲੋਕਾਂ ਦਾ ਸੱਚ ਕੀ ਹੈ ਤੇ ਝੂਠ ਕੀ ਹੈ, ਸੱਚ ਤੇ ਝੂਠ ਦਾ ਨਤਾਰਾ ਕਰਨ ਵਾਸਤੇ ਤੁਰੇ ਨੇ। ਪ੍ਰਥਮ ਨਿਹਲ ਫਿਰ ਧਾਰਨ ਚੜੇ। ਨਿਹਲ ਦਾ ਭਾਵ ਹੁੰਦਾ ਪਹਾੜਾਂ ਦੇ, ਪਰਬਤਾਂ ਦੇ ਪੈਰਾਂ ਨੂੰ ਨਿਹਲ ਕਿਹਾ ਜਾਂਦਾ। ਤੇ ਪਰਬਤਾਂ ਦੇ ਪੈਰ ਹੁੰਦੇ ਨੇ ਛੋਟੀਆਂ ਪਹਾੜੀਆਂ। ਜਿੱਥੋਂ ਪਹਾੜਾਂ ਦੀ ਸ਼ੁਰੂਆਤ ਹੋਵੇ ਨਾ, ਉਹਨੂੰ ਨੀਹਲ ਪਰਬਤ ਕਿਹਾ ਜਾਂਦਾ ਹੈ। ਜਿਵੇਂ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਨਿੱਕੀਆਂ ਨਿੱਕੀਆਂ ਪਹਾੜੀਆਂ ਨੇ, ਉਹਨੂੰ ਨੀਹਲ ਪਰਬਤ ਕਿਹਾ ਜਾਂਦਾ ਹੈ ਕਿ ਇੱਥੋਂ ਪਰਬਤਾਂ ਦੀ, ਪਹਾੜਾਂ ਦੀ ਆਰੰਭਤਾ ਹੋ ਚੁੱਕੀ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਸਭ ਤੋਂ ਪਹਿਲਾਂ ਨੀਹਲ ਪਰਬਤਾਂ ਭਾਵ ਕਿ ਛੋਟੀਆਂ ਪਹਾੜੀਆਂ ਵੱਲ ਵਧੇ ਨੇ। ਕਾਲੀਆਂ ਛੱਡ ਫਿਰ ਧੌਲੀਆਂ ਵੜੇ। ਕਹਿੰਦੇ ਪਹਿਲਾਂ ਕਾਲੀ ਧਾਰ ਜਾ ਕੇ ਸੱਚੇ ਪਾਤਸ਼ਾਹ ਨੇ ਤਾਰਿਆ, ਤੇ ਹੁਣ ਧੌਲੀ ਧਾਰ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ। ਜਗ੍ਹਾ ਜਗ੍ਹਾ ਜੋ ਸਭੀ ਲਖਈਆ। ਕਹਿੰਦੇ ਜਗ੍ਹਾ ਜਗ੍ਹਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤਾਰਿਆ ਜਾ ਕਰਕੇ। ਪਰਬਤਾਂ ਦੇ ਵਿੱਚ ਵੀ ਹਰ ਇੱਕ ਦਾ ਜਾ ਕੇ ਭਲਾ ਕੀਤਾ। ਭਾਈ ਸਾਹਿਬ ਕਹਿੰਦੇ ਜੇ ਮੈਂ ਕੱਲੀ ਕੱਲੀ ਥਾਂ ਲਿਖਣੀ ਕਰਾਂ, ਗ੍ਰੰਥ ਵੱਢਣ ਤੇ ਮਨੂ ਸਕਹੀਆ। ਕਹਿੰਦੇ ਸਿਆਹੀ ਮੁੱਕ ਸਕਦੀ ਹੈ, ਕਲਮ ਮੁੱਕ ਸਕਦੀ ਹੈ, ਗ੍ਰੰਥ ਮੁੱਕ ਸਕਦੇ। ਗ੍ਰੰਥਾਂ ਦਾ ਆਕਾਰ ਵੱਧਦਾ ਜਾਵੇਗਾ, ਵੱਧਦਾ ਜਾਵੇਗਾ। ਪਰ ਖਾਲਸਾ ਜੀ ਜਿਨ੍ਹਾਂ ਜਿਨ੍ਹਾਂ ਥਾਵਾਂ ਤੇ ਬਾਬੇ ਨਾਨਕ ਨੇ ਚਰਨ ਪਾ ਕੇ ਦੁਨੀਆ ਦਾ ਭਲਾ ਕੀਤਾ, ਉਹਨਾਂ ਥਾਵਾਂ ਦਾ ਜ਼ਿਕਰ ਇੱਕ ਜ਼ੁਬਾਨ ਤੋਂ ਨਾ ਹੋਇਆ ਤੇ ਨਾ ਹੀ ਕਦੇ ਹੋ ਸਕਦਾ ਹੈ। ਜਿਨ ਕੋ ਲੋੜ ਸੁਣਨ ਕੀ ਹੋਏ। ਪਰ ਫਿਰ ਵੀ ਗੁਰਸਿੱਖ ਦਾ ਫਰਜ਼ ਹੈ ਮਨ ਵਿੱਚ ਚਾਅ ਰੱਖੇ, ਪ੍ਰੇਮ ਰੱਖੇ, ਭਾਵਨਾ ਰੱਖੇ ਸਾਖੀਆਂ ਸੁਣਨ ਦੀ। ਤੇ ਕਹਿੰਦੇ ਜਿਨ੍ਹਾਂ ਗੁਰਸਿੱਖਾਂ ਦੇ ਹਿਰਦੇ ਵਿੱਚ ਚਾਅ ਹੈ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਨੂੰ ਪੜ੍ਹਨ ਦਾ, ਹੋਰ ਪੁਸਤਕ ਤੇ ਸੁਨ ਲੈ ਸੋਏ। ਤਾਂ ਕਹਿੰਦੇ ਹੋਰ ਬਹੁਤ ਇਤਿਹਾਸਕ ਗ੍ਰੰਥ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਪ੍ਰਾਪਤ ਹੋ ਜਾਂਦੀ ਹੈ।
ਖਾਲਸਾ ਜੀ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਪ੍ਰਾਪਤ ਹੁੰਦਾ ਹੈ। ਭਾਵ ਭਾਈ ਸਾਹਿਬ ਇਹ ਵੀ ਦੱਸਦੇ ਕਿ ਗੁਰਸਿੱਖ ਨੂੰ ਵੱਧ ਤੋਂ ਵੱਧ ਗੁਰੂ ਕੀਆਂ ਸਾਖੀਆਂ ਪੜ੍ਹਨੀਆਂ ਤੇ ਫਿਰ ਦੂਸਰਿਆਂ ਨੂੰ ਸੁਣਾਉਣੀਆਂ ਚਾਹੀਦੀਆਂ। ਦੋਹਰਾ ਜੈ ਸਤਿਗੁਰੂ ਜੀ ਤਬ ਪੁਜੇ, ਦੇਖਿਓ ਠੀਕ ਨਾ ਕੋਏ। ਕਹਿੰਦੇ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਿਸੇ ਥਾਂ ਤੇ ਪਹੁੰਚਦੇ ਤੇ ਸੱਚੇ ਪਾਤਸ਼ਾਹ ਜੀ ਤੇ ਅੰਤਰਜਾਮੀ ਨੇ। ਸੱਚੇ ਪਾਤਸ਼ਾਹ ਤੇ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਭਲਿਆਂ ਨੂੰ ਵੀ ਜਾਣਦੇ ਆ ਤੇ ਬੁਰਿਆਂ ਨੂੰ ਵੀ ਜਾਣਦੇ ਆ। ਸੱਚੇ ਪਾਤਸ਼ਾਹ ਦੇ ਅੱਗੇ ਵਿਖਾਵਾ ਨਹੀਂ ਚੱਲਦਾ। ਕਹਿੰਦੇ ਗੁਰੂ ਨਾਨਕ ਸਾਹਿਬ ਜਦੋਂ ਵੇਖਦੇ ਆ ਕਿ ਇਸ ਥਾਂ ਦੇ ਉੱਤੇ ਸਹੀ ਕੰਮ ਨਹੀਂ ਹੋ ਰਿਹਾ, ਦੇਵੀ ਦੇਵਿਓ ਮੜ ਮਟੋ, ਲਿੰਗ ਪੂਜਕ ਭਏ ਸੋਏ। ਕਿਉਂਕਿ ਲੋਕ ਦੇਵੀਆਂ ਦੀ ਮੂਰਤੀ ਬਣਾ ਕਰਕੇ ਪੱਥਰ ਦੀ ਮੂਰਤੀ ਨੂੰ ਤੇ ਮੱਥਾ ਟੇਕਦੇ ਆ ਤੇ ਰੱਬ ਦੀ ਬਣਾਈ ਹੋਈ ਮੂਰਤੀਆਂ ਨੂੰ ਉਸੇ ਮੰਦਿਰ ਦੇ ਵਿੱਚੋਂ ਧੱਕਾ ਦਿੰਦੇ ਆ। ਭਾਵ ਪੱਥਰ ਦੀ ਮੂਰਤੀ ਬਣਾਈ ਰੱਬ ਦੀ ਤੇ ਰੱਬ ਦੀ ਮੂਰਤੀ ਬਣਾ ਕੇ ਸਥਾਪਿਤ ਕਰਕੇ ਉਹਨੂੰ ਫੁੱਲ ਵੀ ਚੜਾਏ, ਪਰ ਜਿਹੜਾ ਕੋਈ ਨੀਵੀਂ ਜਾਤ ਦਾ ਉਸ ਰੱਬ ਦੇ ਦੀਦਾਰੇ ਕਰਨ ਆਇਆ, ਉਸ ਰੱਬ ਦੀ ਬਣਾਈ ਮੂਰਤ ਨੂੰ ਧੱਕੇ ਦੇ ਦਿੱਤੇ। ਭਗਤ ਨਾਮਦੇਵ ਜੀ ਦੇ ਜੀਵਨ ਵਿੱਚ ਆਪਾਂ ਨੂੰ ਪੜ੍ਹਨ ਨੂੰ ਮਿਲਦਾ ਹੈ ਕਿ ਭਗਤ ਸਾਹਿਬ ਜਦੋਂ ਮੰਦਿਰ ਵਿੱਚ ਜਾਂਦੇ ਬੀਠਲ ਭਗਵਾਨ ਦੇ ਦਰਸ਼ਨ ਕਰਨ ਤਾਂ ਧੱਕੇ ਦਿੱਤੇ ਗਏ, ਪਰ ਭਗਤ ਨਾਮਦੇਵ ਨੇ ਤਾਂ ਵੀ ਖਾਲਸਾ ਜੀ ਆਪਣੇ ਮੁਰਸ਼ਦ ਦਾ ਬੂਹਾ ਨਹੀਂ ਛੱਡਿਆ। ਕਿਉਂਕਿ ਸੱਚ ਹੈ ਕਈ ਵਾਰ ਸੇਵਾ ਕਰਦੇ ਸਿਮਰਨ ਕਰਦੇ ਕਿਤੇ ਨਾ ਕਿਤੇ ਹੋ ਜਾਂਦਾ, ਕੋਈ ਨਾ ਕੋਈ ਸ਼ਬਦਾਵਲੀ ਸੁਣਨ ਨੂੰ ਮਿਲ ਜਾਂਦੀ ਹੈ, ਮਨ ਵਿੱਚ ਆਉਂਦਾ ਕਿ ਕਿਉਂ ਨਾ ਸੇਵਾ ਛੱਡ ਦਈਏ, ਕਿਉਂ ਨਾ ਕਿਤੇ ਹੋਰ ਜਾ ਕੇ ਸੇਵਾ ਕਰੀਏ। ਪਰ ਜਿਹੜੇ ਰੱਬ ਦੇ ਭਗਤ ਨੇ, ਰੱਬ ਦੇ ਪਿਆਰੇ ਨੇ, ਉਹਨਾਂ ਨੂੰ ਭਾਵੇਂ ਆਪਣੇ ਮਾਲਕ ਦੇ ਘਰੋਂ ਧੱਕੇ ਵੀ ਵੱਜਣ ਫਿਰ ਵੀ ਮਾਲਕ ਦਾ ਬੂਹਾ ਨਹੀਂ ਛੱਡਦੇ। ਭਗਤ ਨਾਮ ਦੇ ਮੰਦਿਰ ਦੇ ਪਿਛਲੇ ਬੂਹੇ ਤੇ ਜਾ ਕੇ ਬੈਠ ਕੇ ਅਰਦਾਸ ਕਰਦੇ, ਮੌਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ। ਕਹਿੰਦੇ ਰੱਬ ਨੂੰ ਚੇਤੇ ਕੀਤਾ, ਫਿਰ ਫੇਰ ਦਿਆ ਦੇਹਰਾ ਨਾਮੇ ਕੋ ਪੰਡੀਅਨ ਕੋ ਪਿਛਵਾਰ ਲਾ। ਫਿਰ ਰੱਬ ਨੇ ਪੰਡਤਾਂ ਵੱਲ ਪਿੱਠ ਕਰ ਦਿੱਤੀ ਤੇ ਭਗਤ ਵੱਲ ਮੰਦਿਰ ਦਾ ਮੁੱਖ ਦਰਵਾਜ਼ਾ ਕਰ ਦਿੱਤਾ। ਅੱਜ ਵੀ ਮੰਦਿਰ ਮੌਜੂਦ ਹੈ। ਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੇਖਿਆ ਕਿ ਪੱਥਰ ਦੀਆਂ ਮੂਰਤੀਆਂ ਪੂਜੀਆਂ ਜਾ ਰਹੀਆਂ, ਮੜੀਆਂ ਬਣਾ ਕੇ ਪੂਜੀਆਂ ਜਾ ਰਹੀਆਂ, ਮੱਟ ਬਣਾ ਕਰਕੇ ਪੂਜੇ ਜਾ ਰਹੇ ਨੇ, ਪਰ ਪਰਮਾਤਮਾ ਦੇ ਨਾਮ ਤੱਕ ਪਹੁੰਚ ਨਹੀਂ ਕਿਸੇ ਦੀ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕਿਹਾ, ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਉ ਨਾ ਦੇਖਿਤ ਪ੍ਰਾਨਪਤੀ ਕੇ। ਸੱਚੇ ਪਾਤਸ਼ਾਹ ਕਹਿੰਦੇ ਮੈਂ ਵੱਖ-ਵੱਖ ਮਤ ਸੰਪਰਦਾਵਾਂ ਨੂੰ ਵਾਚਿਆ ਤੇ ਵੇਖਿਆ ਸਾਰੇ ਆਪੋ ਆਪਣਾ ਢੋਲ ਵਜਾਉਂਦੇ, ਰੱਬ ਦੀ ਗੱਲ ਕੋਈ ਕਰਦਾ ਹੀ ਨਹੀਂ। ਕਿਉਂਕਿ ਕੂਰ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸੰਸਾਰ ਦੇ ਕਰਮ ਕਾਂਡ ਵਿੱਚ ਉਲਝ ਗਿਆ ਪਰ ਰੱਬ ਦਾ ਭੇਦ ਨਹੀਂ ਪਾਇਆ। ਚੌਪਈ ਜੈ ਕਿਤ ਬਾਬਾ ਜੀ ਜਾਵੇ ਦੇਸ਼। ਤਾਂ ਹੁਣ ਜਦੋਂ ਗੁਰੂ ਨਾਨਕ ਸਾਹਿਬ ਇਨ੍ਹਾਂ ਥਾਵਾਂ ਤੇ ਪਹੁੰਚਦੇ ਜਿੱਥੇ ਲੋਕ ਰੱਬ ਤੋਂ ਟੁੱਟ ਚੁੱਕੇ ਆ ਤੇ ਆਪੋ ਆਪਣੀ ਮਤ ਅਨੁਸਾਰ ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹਿ ਤੇਤੀ। ਆਪੋ ਆਪਣੀ ਬੁੱਧ ਅਨੁਸਾਰ ਧਰਮੀ ਬਣਨ ਦਾ ਦਾਅਵਾ ਕਰਦੇ, ਗੁਰੂ ਨਾਨਕ ਸਾਹਿਬ ਉਹਨਾਂ ਨੂੰ ਉਪਦੇਸ਼ ਦਿੰਦੇ ਨੇ। ਤਹਿ ਨਾਮ ਦਰੜਾਵੇ ਸਤ ਉਪਦੇਸ਼। ਮਹਾਰਾਜ ਸੱਚੇ ਪਾਤਸ਼ਾਹ ਖੁੱਲੇ ਮੈਦਾਨ ਵਿੱਚ ਚੌਂਕੜਾ ਲਾ ਕਰਕੇ ਭਾਈ ਮਰਦਾਨਾ ਜੀ ਨੇ ਰਬਾਬ ਵਜਾਉਣੀ, ਸੱਚੇ ਪਾਤਸ਼ਾਹ ਨੇ ਬਾਣੀ ਉਚਾਰਨੀ ਤੇ ਅੰਤ ਉਹਨਾਂ ਸੰਗਤਾਂ ਨੂੰ ਕਹਿਣਾ, ਭਾਈ ਸਾਰੇ ਰਲ ਕੇ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਦੀ ਧੁਨੀ ਦੇ ਵਿੱਚ ਜੁੜ ਕਰਕੇ ਪ੍ਰਮਾਤਮਾ ਦਾ ਸਿਮਰਨ ਕਰੋ। ਤੋ ਮਰੀ ਸੋ ਹਮ ਯੋ ਕਹਿਓ। ਤਾਂ ਹੁਣ ਮਰੀ ਕਪਤਾਨ ਜਦੋਂ ਗੁਰੂ ਨਾਨਕ ਸਾਹਿਬ ਦੀਆਂ ਸਾਖੀਆਂ ਸੁਣਦਾ ਗੁਰੂ ਨਾਨਕ ਦੀਆਂ ਸਾਖੀਆਂ ਭਾਈ ਰਤਨ ਸਿੰਘ ਭੰਗੂ ਜੀ ਨੂੰ ਕੁਝ ਕਹਿਣ ਲੱਗਾ। ਬਾਬੇ ਸਾਖੀ ਕਿਨੇ ਅੰਤ ਨ ਲਿਓ। ਕਹਿੰਦਾ ਭਾਈ ਸਾਹਿਬ ਜੀ ਮੈਂ ਇੱਕ ਗੱਲ ਅਨੁਭਵ ਕੀਤੀ ਹੈ ਕਿ ਗੁਰੂ ਨਾਨਕ ਦੇ ਕੌਤਕਾਂ ਦਾ, ਗੁਰੂ ਨਾਨਕ ਸਾਹਿਬ ਦੇ ਚੌਜਾਂ ਦਾ ਅੰਤ ਨਹੀਂ ਪਾਇਆ ਜਾਣਾ। ਕਿਨੀ ਤੇਰਾ ਅੰਤ ਨਾ ਪਾਇਆ। ਮਰੀ ਕਪਤਾਨ ਬ੍ਰਿਟਿਸ਼ ਸਰਕਾਰ ਦਾ ਕਪਤਾਨ ਵੀ ਇਹ ਗੱਲ ਕਹਿੰਦਾ ਵੀ ਗੁਰੂ ਨਾਨਕ ਦੀ ਵਡਿਆਈ ਦਾ ਅੰਤ ਨਹੀਂ ਪਾਇਆ ਜਾਣਾ। ਬਾਬੇ ਸਾਖੀ ਮਹਾ ਗੰਭੀਰ। ਕਿਉਂਕਿ ਜਦੋਂ ਤੁਸੀਂ ਮੈਨੂੰ ਗੁਰੂ ਨਾਨਕ ਸਾਹਿਬ ਦੀਆਂ ਸਾਖੀਆਂ ਸੁਣਾਉਂਦੇ ਹੋ
ਮੈਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਜੀਵਨ, ਗੁਰੂ ਨਾਨਕ ਸਾਹਿਬ ਦੀਆਂ ਸਾਖੀਆਂ ਅਗਾਧ ਬੋਧ ਨੇ, ਬਹੁਤ ਡੂੰਘੀਆਂ ਨੇ। ਇੱਕ ਜਨਮ ਕੀ ਕਰੋੜਾਂ ਜਨਮ ਵੀ ਮੈਂ ਲੈ ਲਵਾਂ, ਪਰ ਗੁਰੂ ਨਾਨਕ ਦੀ ਵਡਿਆਈ ਦਾ ਅੰਤ ਨਹੀਂ ਪਾਇਆ ਜਾਣਾ। ਸਿੱਧ ਸਾਧ ਲਿਖ ਥਕ ਰਹੇ ਪੀਰ। ਦੁਨੀਆ ਦੇ ਤਖਤੇ ਤੇ ਸਿੱਧ ਸਾਧ ਵਿਦਵਾਨ ਸੱਜਣ ਵੀ ਖਾਲਸਾ ਜੀ ਗੁਰੂ ਨਾਨਕ ਦੀ ਵਡਿਆਈ ਕਰਦੇ ਕਰਦੇ ਥੱਕ ਗਏ, ਪਰ ਗੁਰੂ ਨਾਨਕ ਦੀ ਵਡਿਆਈ ਉਹ ਸੰਪੂਰਨ ਤੌਰ ਤੇ ਬਿਆਨ ਨਹੀਂ ਕੀਤੀ ਜਾ ਸਕਦੀ, ਕਿਉਂਕਿ ਕਥਨਾ ਕਥੀ ਨਾ ਆਵੈ ਟੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਕਰੋੜਾਂ ਕਥਾਕਾਰ ਆਏ, ਗੁਰੂ ਨਾਨਕ ਦੀ ਵਡਿਆਈ ਕਰਕੇ ਚਲੇ ਗਏ, ਪਰ ਵਡਿਆਈ ਦਾ ਅੰਤ ਨਹੀਂ। ਕਰੋੜਾਂ ਕਥਾਕਾਰ ਕਥਾ ਕਰ ਰਹੇ ਨੇ, ਪਰ ਗੁਰੂ ਨਾਨਕ ਦੀ ਵਡਿਆਈ ਦਾ ਅੰਤ ਨਹੀਂ। ਕਰੋੜਾਂ ਕਥਾਕਾਰ ਆਉਣ ਵਾਲੇ ਸਮੇਂ ਵਿੱਚ ਵੀ ਕਥਾ ਕਰਨਗੇ, ਪਰ ਤਾਂ ਵੀ ਗੁਰੂ ਨਾਨਕ ਦੀ ਵਡਿਆਈ ਦਾ ਅੰਤ ਨਹੀਂ ਪਾਇਆ ਜਾਣਾ, ਕਿਉਂਕਿ ਬਾਬਾ ਨਾਨਕ ਜੀ ਦੀ ਵਡਿਆਈ ਬੇਅੰਤ ਹੈ। ਸੋ ਖਾਲਸਾ ਜੀ, ਮਰੀ ਕਪਤਾਨ ਕਹਿੰਦਾ ਕਿ ਮੈਂ ਅਨੁਭਵ ਕੀਤਾ ਗੁਰੂ ਨਾਨਕ ਸਾਹਿਬ ਦਾ ਜੀਵਨ ਅਗਾਧ ਬੋਧ ਹੈ, ਬਹੁਤ ਡੂੰਘਾ ਹੈ, ਸਮਝਣ ਵਾਲਾ ਹੈ, ਪ੍ਰੇਮ ਭਾਵਨਾ ਵਾਲਾ ਹੈ। ਬਹੁਤ ਉਦਾਸੀ ਬਾਬੇ ਕਰੀ। ਕਹਿਣ ਲੱਗੇ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਸੰਸਾਰ ਨੂੰ ਦੁਖੀ ਵੇਖਿਆ ਨਾ, ਤੇ ਖਾਲਸਾ ਜੀ ਮਨ ਵਿੱਚ ਉਦਾਸੀ ਆਈ, ਉਪਰਾਮ ਚਿੱਤ ਹੋ ਗਏ। ਭਾਵ ਗੁਰੂ ਨਾਨਕ ਸਾਹਿਬ ਨਾ ਕਿਸੇ ਨੂੰ ਦੁਖੀ ਵੇਖ ਸਕਦੇ, ਨਾ ਕਿਸੇ ਨੂੰ ਭੁੱਖਾ ਵੇਖ ਸਕਦੇ। ਇਹ ਕਾਰਨ ਹੈ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸ਼ਬਦ ਗੁਰੂ ਦੇ ਲੜ ਲਾਇਆ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਗੁਰੂ ਗੋਬਿੰਦ ਸਿੰਘ ਜੀ ਨੇ ਲਾਇਆ ਕਿ ਜਦੋਂ ਕੋਈ ਵੀ ਦੁਖੀ ਹੋਵੇ, ਪਰੇਸ਼ਾਨ ਹੋਵੇ, ਤੇ ਗੁਰੂ ਦਰਬਾਰ ਵਿੱਚ ਆਵੇ, ਪੰਚਾ ਅੰਮ੍ਰਿਤ ਕੜਾਹ ਪ੍ਰਸ਼ਾਦ ਕਰਕੇ, ਜਪਜੀ ਸਾਹਿਬ ਦਾ ਪਾਠ ਕਰਕੇ, ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਖੜੇ ਹੋ ਕੇ ਅਰਦਾਸ ਕਰਕੇ ਹੁਕਮਨਾਮਾ ਲਵੇ, ਉਹਨੂੰ ਉਹਦੇ ਦੁੱਖ ਤੋਂ ਬਚਣ ਦਾ ਉਪਾਅ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਹੁਕਮਨਾਮੇ ਦੇ ਰੂਪ ਵਿੱਚ ਦੇਣਗੇ। ਤੇ ਜੇ ਕੋਈ ਭੁੱਖਾ ਹੈ, ਉਹਦੇ ਵਾਸਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਚਲਾਇਆ ਲੰਗਰ ਚੱਲ ਰਿਹਾ, ਜਿਹੜਾ ਟੋਟ ਨਾ ਆਵੇ ਵੱਧ ਦੋ ਜਾਈ। ਨਾ ਇੱਥੇ ਦੁਖੀ ਕੋਈ ਰਹਿ ਸਕਦਾ, ਨਾ ਭੁੱਖਾ ਰਹਿ ਸਕਦਾ, ਜੇ ਗੁਰੂ ਨਾਨਕ ਦੀ ਸ਼ਰਨ ਵਿੱਚ ਆ ਜਾਵੇ। ਹਮ ਤੇ ਸਭੀ ਕਬ ਆਖੀ ਗਈ। ਭਾਈ ਰਤਨ ਸਿੰਘ ਭੰਗੂ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਹਿਰਦਾ ਬੜਾ ਵਿਸ਼ਾਲ ਹੈ। ਮਹਾਰਾਜ ਸੱਚੇ ਪਾਤਸ਼ਾਹ ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਕਹਿੰਦੇ ਜਦੋਂ ਰੱਬ ਦੇ ਪਿਆਰੇ ਦੁਖੀ ਹੁੰਦੇ ਆ ਤੇ ਰੱਬ ਵੀ ਦੁਖੀ ਹੋ ਜਾਂਦਾ। ਸੰਤਨ ਦੁੱਖ ਪਾਏ ਤੇ ਦੁਖੀ, ਜਦੋਂ ਰੱਬ ਦੇ ਸੰਤ ਦੁਖੀ ਹੁੰਦੇ ਆ, ਰੱਬ ਵੀ ਦੁੱਖ ਵਿੱਚ ਚਲਿਆ ਜਾਂਦਾ। ਤੇ ਜਦੋਂ ਰੱਬ ਦੇ ਪਿਆਰੇ ਸੁੱਖਾਂ ਵਿੱਚ ਸੁਖੀ ਹੁੰਦੇ ਆ, ਤੇ ਫਿਰ ਉਦੋਂ ਰੱਬ ਵੀ ਸੁੱਖ ਵਿੱਚ ਹੁੰਦਾ। ਭਾਵ ਆਪਣੇ ਪਿਆਰਿਆਂ ਨੂੰ, ਆਪਣੇ ਭਗਤਾਂ ਨੂੰ ਪਰਮਾਤਮਾ ਕਦੇ ਦੁਖੀ ਨਹੀਂ ਵੇਖ ਸਕਦਾ। ਤੇ ਭਾਈ ਰਤਨ ਸਿੰਘ ਭੰਗੂ ਕਹਿੰਦੇ ਇਸ ਤਰ੍ਹਾਂ ਹਿਰਦਾ ਵਿਸ਼ਾਲ ਹੈ ਗੁਰੂ ਨਾਨਕ ਦਾ, ਤੇ ਮੇਰੀ ਇੱਕ ਜ਼ੁਬਾਨ ਤੋਂ ਗੁਰੂ ਨਾਨਕ ਦੀ ਵਡਿਆਈ ਕੀਤੀ ਨਹੀਂ ਜਾ ਸਕਦੀ। ਬਾਬੇ ਸੈਲ ਆਕਾਸ਼ ਪਕੀਨਾ। ਕਿਉਂਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕੇਵਲ ਧਰਤੀ ਨਹੀਂ ਤਾਰੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤੇ ਆਕਾਸ਼ ਵੀ ਤਾਰਿਆ। ਖਾਲਸਾ ਜੀ, ਪੀਰ ਦਸਤਗੀਰ ਕੋਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਪਹੁੰਚਦੇ ਆ, ਤੇ ਪੀਰ ਦਸਤਗੀਰ ਕਹਿੰਦਾ, ਜਪਜੀ ਸਾਹਿਬ ਚਾਹੁੰਦਾ, ਪਾਤਾਲਾ ਪਾਤਾਲ ਲਖ ਆਗਾਸਾ ਆਗਾਸ। ਕਹਿਣ ਲੱਗਾ ਤੁਸਾਂ ਨੇ ਬਚਨ ਕੀਤਾ, ਲੱਖਾਂ ਹੀ ਪਾਤਾਲ ਨੇ, ਲੱਖਾਂ ਹੀ ਆਕਾਸ਼ ਨੇ, ਪਰ ਅਸੀਂ ਤੇ ਕਦੇ ਵੇਖੇ ਨਹੀਂ। ਤੇ ਪੀਰ ਦਸਤਗੀਰ ਕਹਿਣ ਲੱਗਾ ਗੁਰੂ ਨਾਨਕ ਸਾਹਿਬ ਨੂੰ, ਅਸਾਂ ਭੇ ਦੇਖਣ, ਅਸੀਂ ਵੀ ਵੇਖਣਾ ਚਾਹੁੰਦੇ ਆ, ਜੋ ਤੁਸਾਂ ਨੇ ਦੱਸਿਆ ਹੈ ਬਾਣੀ ਦੇ ਵਿੱਚ ਸਾਨੂੰ ਵੀ ਵਿਖਾਓ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ, ਵਿਖਾ ਦੇਾਂਗੇ, ਤੁਸੀਂ ਵੇਖਣ ਵਾਲੇ ਬਣੋ। ਪੀਰ ਨੇ ਕਿਹਾ, ਸਾਨੂੰ ਵਿਖਾਓ, ਅਸੀਂ ਵੇਖਣਾ ਚਾਹੁੰਦੇ ਆ। ਕਹਿੰਦੇ ਗੁਰੂ ਨਾਨਕ ਸਾਹਿਬ ਕੁਝ ਬੋਲੇ ਨਹੀਂ। ਸੱਚੇ ਪਾਤਸ਼ਾਹ ਪੀਰ ਦੇ ਮਗਰ ਖੜੀ ਹੋਈ ਲੁਕਾਈ ਵੱਲ ਵੇਖਣ ਲੱਗ ਪਏ, ਜਿਵੇਂ ਕਿਸੇ ਦੀ ਤਲਾਸ਼ ਕਰ ਰਹੇ ਹੋ। ਤੇ ਪੀਰ ਨੇ ਪੁੱਛਿਆ, ਜੀ ਕਿਹਨੂੰ ਲੱਭ ਰਹੇ ਹੋ? ਮਹਾਰਾਜ ਕਹਿਣ ਲੱਗੇ, ਮੈਂ ਕਿਸੇ ਭੋਲੇ ਭਾਲੇ ਸੁਭਾਅ ਵਾਲੇ ਬਾਲਕ ਨੂੰ ਲੱਭ ਰਿਹਾ, ਕਿਉਂਕਿ ਪ੍ਰਮਾਤਮਾ ਦੇ ਖੰਡਾਂ ਬ੍ਰਹਮੰਡਾਂ ਨੂੰ ਭੋਲੇ ਭਾਏ ਵੇਖਿਆ ਜਾ ਸਕਦਾ, ਚਲਾਕੀਆਂ ਨਾਲ ਨਹੀਂ ਵੇਖਿਆ ਜਾ ਸਕਦਾ। ਚਤੁਰਾਈ ਨੈ ਚਤੁਰ ਭੁਜ ਪਾਈਐ, ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਮੈਂ ਚਤੁਰਾਈਆਂ ਨਾਲ ਨਹੀਂ ਵਿਖਾ ਸਕਦਾ, ਸਿਆਣਪਾਂ ਨਾਲ ਨਹੀਂ। ਜਿਹੜਾ ਭਾਵਨਾ ਨਾਲ ਭੋਲੇ ਭਾਏ ਮਿਲੇ ਰਗਰਾਇਆ, ਭੋਲੇ ਭਾਏ ਬਾਲਕ ਨੂੰ ਵਿਖਾ ਸਕਦਾ।
ਉਸ ਵਕਤ ਪੀਰ ਦਸਤਗੀਰ ਦਾ ਬੇਟਾ ਖੜਿਆ ਸੀ। ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਪੀਰ ਦਸਤਗੀਰ ਦੇ ਬੇਟੇ ਨੂੰ ਆਪਣੇ ਕੋਲ ਬਿਠਾਇਆ, ਅੱਖੀਂ ਮੀਚ ਹਵਾ ਉਡਾਈ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਪੀਰ ਦਸਤਗੀਰ ਦੀਆਂ ਅੱਖਾਂ ਮਿਚਵਾਈਆਂ, ਅੱਖਾਂ ਬੰਦ ਕਰਵਾਈਆਂ ਤੇ ਖਾਲਸਾ ਜੀ ਸਾਰੇ ਪਾਤਾਲਾਂ ਤੇ ਆਕਾਸ਼ਾਂ ਦਾ ਗੇੜਾ ਲਵਾ ਦਿੱਤਾ। ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਇਸ ਸਾਖੀ ਦਾ ਜ਼ਿਕਰ ਵੀ ਕੀਤਾ ਹੈ। ਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਕਾਸ਼ ਧਰਤੀ ਹਰ ਇੱਕ ਦਾ ਭਲਾ ਕੀਤਾ। ਜਿੱਥੇ ਵੀ ਜੀਵ ਜੰਤੂ ਵਸਦੇ ਮਹਾਰਾਜ ਨੇ ਕਿਸੇ ਦਾ ਵੀ ਇਹ ਨਹੀਂ ਕਿ ਭਲਾ ਨਾ ਕੀਤਾ ਹੋਵੇ, ਹਰ ਇੱਕ ਦੁਖੀ ਵਿਅਕਤੀ ਦਾ ਦੁੱਖ ਜਾ ਕਰਕੇ ਦੂਰ ਕੀਤਾ ਹੈ। ਬਾਬੇ ਸੈਲ ਬੋਕਿਓ ਜ਼ਮੀਨਾਂ, ਔਰ ਨਾਲ ਨਾਲ ਸੱਚੇ ਪਾਤਸ਼ਾਹ ਨੇ ਧਰਤੀ ਨੂੰ ਵੀ ਤਾਰਿਆ, ਜ਼ਮੀਨ ਨੂੰ ਵੀ ਤਾਰਿਆ ਹੈ। ਬਾਬੇ ਕੀ ਕਤ ਬਾਬੋ ਜਾਣੈ। ਭਾਈ ਰਤਨ ਸਿੰਘ ਭੰਗੂ ਕਹਿੰਦੇ ਗੁਰੂ ਨਾਨਕ ਦੀ ਗਤ, ਗੁਰੂ ਨਾਨਕ ਦੀ ਵਡਿਆਈ ਗੁਰੂ ਨਾਨਕ ਆਪ ਹੀ ਜਾਣਦੇ ਆ, ਸਾਥੋਂ ਨਹੀਂ ਕਹੀ ਜਾਣੀ। ਕਹਿ ਜਾਣੇ ਜੋ ਨਾਲ ਫਿਰਾਣੇ। ਪਰ ਹਾਂ ਜਿਨ੍ਹਾਂ ਨੂੰ ਗੁਰੂ ਨਾਨਕ ਨੇ ਆਪਣੇ ਚਰਨਾਂ ਵਿੱਚ ਰੱਖਿਆ ਜਾਂ ਉਹ ਗੁਰੂ ਨਾਨਕ ਦੀ ਵਡਿਆਈ ਜਾਣਦੇ। ਭਾਈ ਮਰਦਾਨੇ ਨੂੰ ਗੁਰੂ ਨਾਨਕ ਦੀ ਵਡਿਆਈ ਪਤਾ ਹੈ ਖਾਲਸਾ ਜੀ, ਇਸੇ ਕਰਕੇ ਗੁਰੂ ਨਾਨਕ ਸਾਹਿਬ ਨੂੰ ਖੁਦਾ ਜਾਣ ਕਰਕੇ ਉਹਨਾਂ ਦੀ ਹਜ਼ੂਰੀ ਵਿੱਚ ਸੇਵਾ ਕੀਤੀ। ਕਿ ਵੇਖੋ ਜਦੋਂ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ। ਹੁਣ ਗੁਰੂ ਨਾਨਕ ਸਾਹਿਬ ਤੇ ਕੇਵਲ ਇਸ਼ਾਰਾ ਕਰਦੇ ਨੇ ਰਬਾਬ ਛੇੜ ਬਾਣੀ ਆਈ ਹੈ, ਤੇ ਬਾਣੀ ਤੇ ਸ੍ਰੀ ਰਾਗ ਵਿੱਚ ਵੀ ਆ ਸਕਦੀ ਹੈ, ਬਾਣੀ ਆਸਾ ਰਾਗ ਵਿੱਚ ਵੀ ਆ ਸਕਦੀ ਹੈ, ਬਾਣੀ ਗੂਜਰੀ ਰਾਗ ਵਿੱਚ ਵੀ ਆ ਸਕਦੀ ਹੈ। ਪਰ ਗੁਰੂ ਨਾਨਕ ਦਾ ਇਸ਼ਾਰਾ ਸੀ, ਅੰਦਰੋਂ ਭਾਈ ਮਰਦਾਨਾ ਜੀ ਜੁੜੇ ਸਨ ਤੇ ਪਤਾ ਸੀ ਕਿ ਬਾਣੀ ਕਿਸ ਰਾਗ ਵਿੱਚ ਉਚਾਰਨਗੇ। ਭਾਵ ਜਦੋਂ ਗੁਰੂ ਕਾ ਸਿੱਖ ਗੁਰੂ ਨਾਲ ਅੰਦਰੋਂ ਜੁੜ ਜਾਂਦਾ ਹੈ ਤੇ ਖਾਲਸਾ ਜੀ ਗੁਰੂ ਦੇ ਨਿੱਕੇ ਜਿਹੇ ਇਸ਼ਾਰੇ ਨੂੰ ਵੀ ਸਮਝਣ ਲੱਗ ਜਾਂਦਾ। ਬਾਣੀ ਪੜਨ ਵਾਲੇ ਗੁਰਸਿੱਖਾਂ ਦੇ ਅਨੁਭਵ ਹੁੰਦੇ ਨੇ ਕਿ ਜੇ ਜੀਵਨ ਵਿੱਚ ਕੋਈ ਗਲਤੀ ਹੋਣ ਵੀ ਲੱਗੇ ਨਾ ਤੇ ਕਲਗੀਧਰ ਪਾਤਸ਼ਾਹ ਐਸਾ ਇਸ਼ਾਰਾ ਕਰਦੇ ਨੇ, ਸਿੱਖ ਨੂੰ ਜਨਮਾਂ ਜਨਮਾਂ ਤੱਕ ਯਾਦ ਰਹਿੰਦਾ ਹੈ। ਖਾਲਸਾ ਜੀ ਸੱਚ ਹੈ, ਗੁਰੂ ਨੂੰ ਸਮਰਪਿਤ ਹੋਣਾ ਆ ਜਾਵੇ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜੀਵਨ ਵਿੱਚ ਆਪਾਂ ਨੂੰ ਪੜਨ ਨੂੰ ਮਿਲਦਾ ਹੈ ਕਿ ਜੇ ਜੋਗੇ ਨੇ ਕਿਹਾ ਮਹਾਰਾਜ ਮੈਂ ਤੁਹਾਡੇ ਜੋਗਾ, ਤੇ ਕਲਗੀਧਰ ਪਾਤਸ਼ਾਹ ਜੀ ਭਾਈ ਜੋਗਾ ਜੀ ਦੇ ਜੀਵਨ ਦੇ ਵਿੱਚ ਗਲਤੀ ਹੋਣ ਤੋਂ ਬਚਾਉਂਦੇ, ਸਾਰੀ ਰਾਤ ਪਹਿਰਾ ਦਿੰਦੇ ਨੇ। ਸੋ ਐਸਾ ਮੁਰਸ਼ਦ ਤੇ ਨਹੀਂ ਮਿਲਣਾ, ਪਰ ਐਸੇ ਮੁਰਸ਼ਦ ਦੇ ਮੁਰੀਦ ਬਣਨਾ ਆਉਣਾ ਚਾਹੀਦਾ ਹੈ। ਸੋ ਭਾਈ ਰਤਨ ਸਿੰਘ ਭੰਗੂ ਕਹਿੰਦੇ ਗੁਰੂ ਨਾਨਕ ਦੀ ਵਡਿਆਈ ਨੂੰ ਜਾਂ ਭਾਈ ਮਰਦਾਨਾ ਜੀ ਜਾਣਦੇ ਤੇ ਜਾਂ ਭਾਈ ਬਾਲਾ ਜੀ, ਜਿਨ੍ਹਾਂ ਨੂੰ ਗੁਰੂ ਨਾਨਕ ਨੇ ਆਪਣੇ ਚਰਨਾਂ ਵਿੱਚ ਰੱਖਿਆ, ਉਹ ਦੋਵੇਂ ਜਾਣਦੇ ਆ ਕਿ ਕਿੰਨਾ ਕਿੰਨਾ ਥਾਵਾਂ ਤੇ ਜਾ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਿੰਨਾ ਕਿੰਨਾ ਸ਼ਹਿਰਾਂ ਵਿੱਚ ਜਾ ਕੇ ਦੁਨੀਆ ਦਾ ਭਲਾ ਕੀਤਾ ਹੈ। ਜੋਨ ਕੀ ਸਭ ਠੋਰ ਬਤਈਆ, ਕਹਿੰਦੇ ਜੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸਾਰੀ ਵਡਿਆਈ ਦੱਸਣ ਵੀ ਲੱਗੀਏ, ਬਦੇ ਗ੍ਰੰਥ ਮੋ ਲਿਖਿਓ ਚਾਹੀਏ। ਤੇ ਕਹਿੰਦੇ ਜਿੰਨਾ ਮਰਜ਼ੀ ਲਿਖੀ ਜਾਈਏ ਗ੍ਰੰਥ ਵਧੀ ਜਾਵੇਗਾ, ਲਿਖੀ ਜਾਵਾਂਗੇ, ਪਰ ਗੁਰੂ ਨਾਨਕ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਜੋ ਲਿਖੀ ਨਾ ਹੋਤੀ ਔਰ ਠੋਰ, ਪਰ ਹਾਂ ਫਿਰ ਵੀ ਯਤਨ ਕਰਾਂਗੇ ਕਿ ਜਿਹੜੀਆਂ ਸਾਖੀਆਂ ਹੋਰ ਗ੍ਰੰਥਾਂ ਵਿੱਚ ਨਹੀਂ ਲਿਖਤ ਵਿੱਚ ਆਈਆਂ, ਜਿਹੜੀਆਂ ਹੋਰ ਪੁਸਤਕਾਂ ਗ੍ਰੰਥਾਂ ਵਿੱਚ ਨਹੀਂ ਲਿਖੀਆਂ ਗਈਆਂ, ਲਿਖਤੇ ਹਮ ਸਭ ਹੀ ਬਹੁਤੋਰ, ਤਾਂ ਉਹਨਾਂ ਸਾਖੀਆਂ ਨੂੰ ਮੈਂ ਇਸ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਣ ਦਾ ਯਤਨ ਜ਼ਰੂਰ ਕਰਾਂਗਾ। ਇਹ ਭਾਈ ਰਤਨ ਸਿੰਘ ਭੰਗੂ ਜੀ ਕਹਿ ਰਹੇ ਨੇ ਕਿ ਜੇ ਹੋਰ ਪੁਸਤਕਾਂ ਦੇ ਵਿੱਚ ਕੋਈ ਜੀਵਨ ਸਾਖੀ ਗੁਰੂ ਨਾਨਕ ਸਾਹਿਬ ਦੀ ਰਹਿ ਵੀ ਗਈ ਹੈ ਤਾਂ ਇਸ ਗ੍ਰੰਥ ਦੇ ਵਿੱਚ ਜ਼ਰੂਰ ਲਿਖੀ ਜਾਵੇਗੀ। ਜਾਂ ਤੇ ਇਹ ਮੈਂ ਸੂਚੋ ਧਰੋ। ਸੋ ਇਸ ਤਰ੍ਹਾਂ ਭਾਈ ਰਤਨ ਸਿੰਘ ਭੰਗੂ ਸੂਖਮ ਰੂਪ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਵਡਿਆਈ ਨੂੰ ਬਿਆਨ ਕਰਦੇ ਨੇ। ਆਗੇ ਹੋਏ ਨਾ ਤੋ ਸ਼ਰਮ ਕਰੋ, ਤਾਂ ਜਿਸ ਤਰ੍ਹਾਂ ਅੱਗੇ ਅੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੀਵਨ ਬਾਰੇ ਚਾਨਣਾ ਹੁੰਦਾ ਰਹੇਗਾ, ਉਸੇ ਤਰ੍ਹਾਂ ਲਿਖਦੇ ਰਹਿਣਗੇ। ਜੋ ਨੈ ਸਾਖੀ ਲਿਖੀ ਨਾ ਹੋਏ, ਤਾਂ ਹਾਂ ਜੇ ਕੋਈ ਇੱਕ ਆਦੀ ਸਾਖੀ ਨਹੀਂ ਵੀ ਲਿਖੀ ਗਈ, ਜ਼ਰੂਰਤ ਚਾਹੀਅਤ ਲਿਖ ਲਈ ਸੋਏ, ਤਾਂ ਉਹ ਵੀ ਜ਼ਰੂਰਤ ਸਮਝ ਕਰਕੇ, ਭਾਵ ਉਸ ਸਾਖੀ ਨੂੰ ਵੀ ਮਹੱਤਵਪੂਰਨ ਸਮਝ ਕਰਕੇ ਜ਼ਰੂਰ ਲਿਖਤ ਵਿੱਚ ਲਿਆਂਦਾ ਜਾਵੇਗਾ। ਦੋਹਰਾ ਜੋ ਆਗੇ ਹੈ ਅਤ ਘਣੀ,
ਸੋ ਮੈਂ ਕਹੀ ਕਟਾਏ। ਸੋ ਜਿਹੜੀਆਂ ਸਾਖੀਆਂ ਬਹੁਤ ਵਿਸਤਾਰ ਪੂਰਵਕ ਨੇ ਗੁਰੂ ਨਾਨਕ ਸਾਹਿਬ ਦੀਆਂ, ਉਹ ਮੈਂ ਸੂਖਮ ਰੂਪ ਦੇ ਵਿੱਚ ਘਟਾ ਕੇ ਬਿਲਕੁਲ ਝਲਕ ਮਾਤਰ ਦੱਸ ਰਿਹਾ, ਕਿਉਂਕਿ ਭਾਈ ਰਤਨ ਸਿੰਘ ਭੰਗੂ ਜੀ ਨੇ ਭਾਵੇਂ ਬ੍ਰਿਟਿਸ਼ ਸਰਕਾਰ ਨੂੰ ਸੰਪੂਰਨ ਇਤਿਹਾਸ ਸੁਣਾਇਆ ਹੈ, ਪਰ ਫਿਰ ਵੀ ਉਹਨਾਂ ਦੇ ਮਨ ਦੀ ਭਾਵਨਾ ਇਹ ਰਹੀ ਕਿ ਇਸ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਵੱਧ ਤੋਂ ਵੱਧ ਉਹਨਾਂ ਸਿੰਘਾਂ ਸੂਰਮਿਆਂ ਦਾ ਵੀ ਇਤਿਹਾਸ ਲਿਖਿਆ ਜਾਵੇ ਜਿਨ੍ਹਾਂ ਦੇ ਸਿਰਾਂ ਦੇ ਮੁੱਲ ਪੈਂਦੇ ਰਹੇ। ਉਹਨਾਂ ਬੀਬੀਆਂ ਦਾ ਇਤਿਹਾਸ ਲਿਖਿਆ ਜਾਵੇ ਜਿਨ੍ਹਾਂ ਨੂੰ ਖਾਲਸਾ ਜੀ ਮੀਰ ਮੰਨੂ, ਜਿਨ੍ਹਾਂ ਦੇ ਨਵ ਜਨਮੇ ਬੱਚਿਆਂ ਦੇ ਆਂਦਰਾਂ ਦਾ ਹਾਰ ਬਣਾ ਕਰਕੇ ਗਲਾਂ ਵਿੱਚ ਪਾ ਦਿੰਦਾ ਸੀ ਤੇ ਸਵਾ ਸਵਾ ਮਨ ਆਟਾ ਪੀਆ ਕਰਦੀਆਂ ਸਨ। ਪਰ ਫਿਰ ਵੀ ਕਹਿੰਦੇ ਜਦੋਂ ਗਲਾਂ ਵਿੱਚ ਬੱਚਿਆਂ ਦੇ ਹਾਰ ਹੋਣੇ, ਗਲਾਂ ਵਿੱਚ ਬੱਚਿਆਂ ਦੇ ਟੋਟੇ ਕਰਕੇ ਹਾਰ ਪਾਏ ਹੋਣੇ ਗਲਾਂ ਵਿੱਚ ਉਹਨਾਂ ਮਾਵਾਂ ਦੇ, ਉਹ ਤਾਂ ਵੀ ਨਹੀਂ ਸਨ ਡੋਲਦੀਆਂ। ਫਿਰ ਵੀ ਧੰਨ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਅਰਦਾਸ ਕਰਦੀਆਂ ਸਨ, ਪਾਤਸ਼ਾਹ ਤੇਰੀਆਂ ਦਿੱਤੀਆਂ ਔਲਾਦਾਂ ਸਨ, ਤੇਰੇ ਪੰਥ ਦੇ ਲੇਖੇ ਲੱਗ ਗਈਆਂ, ਦਿਨ ਚੜ੍ਹਦੀ ਕਲਾ ਨਾਲ ਬਤੀਤ ਹੋਇਆ, ਰਾਤ ਆਈ ਹੈ ਇਹ ਵੀ ਚੜ੍ਹਦੀ ਕਲਾ ਨਾਲ ਬਤੀਤ ਕਰਾਈ। ਖਾਲਸਾ ਜੀ ਬੱਚੇ ਨੂੰ ਬੁਖਾਰ ਹੋ ਜਾਵੇ, ਮਾਪਿਓ ਨੂੰ ਨੀਂਦ ਨਹੀਂ ਆਉਂਦੀ, ਪਰ ਉਹ ਕਿਹੋ ਜਿਹੇ ਮਾਪਿਓ ਹੋਣਗੇ ਜਿਨ੍ਹਾਂ ਮਾਵਾਂ ਦੇ ਗਲਾਂ ਵਿੱਚ ਬੱਚਿਆਂ ਦੀਆਂ ਆਂਦਰਾਂ ਦੇ ਹਾਰ ਬਣਾ ਕੇ ਪਾ ਦਿੱਤੇ, ਪਰ ਫਿਰ ਵੀ ਗੁਰੂ ਨੂੰ ਕਹਿ ਰਹੀਆਂ ਕਿ ਦਿਨ ਚੜ੍ਹਦੀ ਕਲਾ ਨਾਲ ਬਤੀਤ ਹੋਇਆ, ਤੇਰੇ ਪੰਥ ਦੀ ਸੇਵਾ ਕਰਦੇ ਬਤੀਤ ਹੋਇਆ, ਪਾਤਸ਼ਾਹ ਰਾਤ ਆਈ ਹੈ ਚੜ੍ਹਦੀ ਕਲਾ ਨਾਲ ਬਤੀਤ ਕਰਾਈ ਤੇ ਸਿੱਖੀ ਦੀ ਦਾਤ ਝੋਲੀ ਵਿੱਚ ਪਾਈ। ਸੋ ਉਹਨਾਂ ਬਾਰੇ ਇਤਿਹਾਸ ਜ਼ਿਆਦਾ ਇਸ ਗ੍ਰੰਥ ਦੇ ਵਿੱਚ ਨਜ਼ਰੀ ਆਵੇਗਾ। ਆਗੇ ਹੈ ਪਰਛਿਨ ਜੋ ਸੋ ਮੈਂ ਦਿਓ ਪ੍ਰਗਟਾਏ। ਪਰ ਹਾਂ ਜੋ ਗੁਪਤ ਸਾਖੀਆਂ ਨੇ ਉਹਨਾਂ ਨੂੰ ਜ਼ਰੂਰ ਇਸ ਗ੍ਰੰਥ ਵਿੱਚ ਪ੍ਰਗਟ ਕੀਤਾ ਹੈ। ਦੋਹਰਾ ਆਗੇ ਸਾਖੀ ਯੋ ਸੁਨੋ ਉਤੇ ਪਠਾਨ ਦਿੱਲੀ ਪਾਤਸ਼ਾਹ। ਸੋ ਹੁਣ ਭਾਈ ਰਤਨ ਸਿੰਘ ਭੰਗੂ ਉਹ ਸਾਖੀ ਦੱਸਣਗੇ ਜਦੋਂ ਗੁਰੂ ਨਾਨਕ ਸਾਹਿਬ ਦਿੱਲੀ ਪਹੁੰਚੇ, ਕਿਉਂਕਿ ਮੁਗਲ ਦਿੱਲੀ ਦੇ ਤਖਤੇ ਤੇ ਬਾਅਦ ਵਿੱਚ ਬੈਠੇ ਨੇ, ਪਹਿਲਾਂ ਪਠਾਣਾ ਦਾ ਕਬਜ਼ਾ ਹੁੰਦਾ ਸੀ, ਤਾਂ ਜਿਹੜਾ ਉਸ ਵਕਤ ਬਾਦਸ਼ਾਹ ਸੀ ਉਹਨੇ ਵੀ ਗੁਰੂ ਨਾਨਕ ਸਾਹਿਬ ਦੀ ਪਰਖ ਕੀਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੇ ਤਖਤਾ ਹਿਲਾ ਦਿੱਤਾ। ਸੋ ਹੁਣ ਦਿੱਲੀ ਦੇ ਬਾਦਸ਼ਾਹ ਦੀ ਸਾਖੀ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਨਾਲ ਕਿਵੇਂ ਮੁਲਾਕਾਤ ਹੁੰਦੀ ਹੈ, ਉਹ ਭਾਈ ਰਤਨ ਸਿੰਘ ਭੰਗੂ ਦੱਸਣ ਜਾ ਰਹੇ ਨੇ। ਕਰੋਪੀ ਕੀਨੀ ਜਿਮ ਗੁਰੂ ਦਿਓ ਮੁਗਲਨ ਕੋ ਤਖਤ ਪਲਟਾਏ। ਜਿਨੇ ਗੁਰੂ ਨਾਨਕ ਸਾਹਿਬ ਦੀ ਪਰਖ ਕਰਨੀ ਚਾਹੀ, ਗੁਰੂ ਨਾਨਕ ਸਾਹਿਬ ਨੂੰ ਦਿੱਲੀ ਤੋਂ ਕੱਢਣਾ ਚਾਹਿਆ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਐਸੀ ਕਰੋਪੀ ਹੋ ਗਈ ਖਾਲਸਾ ਜੀ ਕਿ ਉਸ ਬਾਦਸ਼ਾਹ ਦਾ ਤਖਤੀ ਪਲਟਿਆ ਗਿਆ ਤੇ ਮੁਗਲ ਹਕੂਮਤ ਆ ਕਰਕੇ ਬੈਠ ਗਈ। ਭਾਵ ਇਹ ਸੱਚ ਹੈ ਕਿ ਜਦੋਂ ਕੋਈ ਗੁਰੂ ਨਾਨਕ ਦੇ ਘਰ ਨਾਲ ਮੱਥਾ ਲਾ ਲੈਂਦਾ, ਉਹਦਾ ਤਖਤ ਹਿਲ ਜਾਂਦਾ, ਉਹਦੇ ਰਾਜ ਦੀਆਂ ਜੜ੍ਹਾਂ ਪੁੱਟੀਆਂ ਜਾਂਦੀਆਂ ਨੇ। ਸੋ ਉਸ ਬਾਦਸ਼ਾਹ ਬਾਰੇ, ਦਿੱਲੀ ਦੀ ਸਾਖੀ ਬਾਰੇ ਆਓ ਸਰਵਣ ਕਰੀਏ ਜੀ। ਲੋਧੀ ਬ੍ਰਹਮ ਖਾਂ ਪਾਤਸ਼ਾਹੋ ਥੋ ਜਦੀ। ਬ੍ਰਹਮ ਖਾਂ ਲੋਧੀ ਇਹ ਉਸ ਬਾਦਸ਼ਾਹ ਦਾ ਨਾਮ ਹੈ ਜੋ ਉਸ ਵਕਤ ਦਿੱਲੀ ਦੇ ਤਖਤ ਦਾ ਮਾਲਕ ਸੀ। ਉਸ ਆਵਤ ਵਕਤ ਬੁਰੇ ਭਿਓ ਤਦੀ। ਉਹ ਆਪਣੇ ਸਮੇਂ ਦੇ ਵਿੱਚ ਬੜਾ ਜ਼ੁਲਮੀ ਬਾਦਸ਼ਾਹ ਹੋਇਆ, ਬੜਾ ਉਹਨੇ ਦੁਖੀ ਕੀਤਾ ਹੈ। ਉਨ ਸਿੱਧ ਸਾਧ ਫੜ ਪੀਰ ਮਗਾਏ। ਜਿਹੜੇ ਸਾਧੂ ਸੰਤ ਮਹਾਤਮਾ ਫਕੀਰ ਲੋਕ ਜਿਹੜੇ ਭਗਤੀ ਕਰਦੇ ਸੀ, ਉਹਨਾਂ ਨੂੰ ਬੰਦੀ ਬਣਾ ਕਰਕੇ ਉਹਨੇ ਆਪਣੀ ਜੇਲ੍ਹ ਵਿੱਚ ਰੱਖਿਆ ਹੋਇਆ ਸੀ। ਦੇ ਚੱਕੀ ਸਭ ਪੀਸਣ ਬਹਾਏ। ਤੇ ਫਕੀਰਾਂ ਨੂੰ ਕਹਿੰਦਾ ਸੀ ਜਾਂ ਤਾਂ ਮੈਨੂੰ ਕੋਈ ਕਰਾਮਾਤ ਵਿਖਾਓ, ਨਹੀਂ ਤੇ ਸਾਰਾ ਦਿਨ ਜੇਲ੍ਹ ਵਿੱਚ ਚੱਕੀ ਪੀਂਦੇ ਰਹੋ। ਤੇ ਸਾਧਾਂ ਸੰਤਾਂ ਫਕੀਰਾਂ ਨੂੰ ਬੰਨ ਕੇ ਬੇੜੀਆਂ ਨਾਲ ਜਕੜ ਕਰਕੇ ਜੇਲ੍ਹ ਵਿੱਚ ਰੱਖਦਾ ਸੀ ਤੇ ਸਾਰਾ ਦਿਨ ਉਹਨਾਂ ਤੋਂ ਚੱਕੀ ਪਿਸਵਾਉਂਦਾ ਸੀ। ਦੁਨੀਆ ਤੁਮ ਝੂਠੇ ਲੁੱਟ ਖਾਈ। ਤੇ ਕਹਿੰਦਾ ਸੀ ਜੇ ਮੈਨੂੰ ਕਰਾਮਾਤ ਨਾ ਵਿਖਾਈ, ਕੋਈ ਤਾਕਤ ਨਾ ਵਿਖਾਈ, ਅਜ਼ਮਤ ਨਾ ਵਿਖਾਈ, ਤੇ ਮੈਂ ਸਮਝਾਂਗਾ ਤੁਸੀਂ ਝੂਠੇ ਹੋ ਤੇ ਤੁਸੀਂ ਝੂਠਿਆਂ ਨੇ ਦੁਨੀਆ ਨੂੰ ਬਹੁਤ ਖਾਦਾ ਹੈ। ਨਹਿ ਕਰਾਮਾਤ ਕਿਨ ਹਮੇ ਦਿਖਾਈ। ਅਜੇ ਤੱਕ ਵੀ ਤੁਸੀਂ ਕੋਈ ਕਰਾਮਾਤ ਨਹੀਂ ਵਿਖਾਈ, ਇਸ ਦਾ ਮਤਲਬ ਤੁਹਾਡੇ ਅੰਦਰ ਕੋਈ ਕਰਾਮਾਤ ਨਹੀਂ, ਤੁਸੀਂ ਵਿਖਾਵਾ ਕਰਦੇ ਹੋ। ਤੈ ਮੁਸਲਮਾਨ ਹਿੰਦੂਨ ਕਹਿਓ। ਭਾਵੇਂ ਕੋਈ ਸਨਾਤਨ ਮਤ ਦਾ, ਭਾਵੇਂ ਕੋਈ ਇਸਲਾਮ ਮਤ ਦਾ, ਉਹਨੇ ਸਾਰੇ ਪੀਰਾਂ ਫਕੀਰਾਂ ਨੂੰ ਬੰਨ ਕੇ ਜੇਲ੍ਹ ਵਿੱਚ ਕੀਤਾ ਹੋਇਆ ਸੀ। ਜੋਗ ਛਡਾਵਣ ਹੈ ਤੁਹੀ ਇਹੋ। ਪਰ ਹੁਣ ਸਾਰੇ ਪੀਰ ਫਕੀਰ ਅਰਦਾਸਾਂ ਤੇ ਰੱਬ ਅੱਗੇ ਕਰਦੀ ਆ ਕਿ ਪ੍ਰਮਾਤਮਾ ਸਾਡੀ ਬੰਦ ਖਲਾਸੀ ਜੇ ਕੋਈ ਕਰਾ ਸਕਦਾ ਤੇ ਤੂੰ ਹੀ ਕਰਾ ਸਕਦਾ।
ਸਾਰੇ ਸੰਤ ਮਹਾਂਪੁਰਖ ਫਕੀਰ ਅਰਦਾਸ ਕਰਦੇ ਪ੍ਰਮਾਤਮਾ ਦੇ ਚਰਨਾਂ ਵਿੱਚ ਕਿ ਸਾਨੂੰ ਛਡਾਉਣਾ ਕਰੋ, ਤੁਝ ਹੀ ਕੋ ਹੈ ਬਿਰਦ ਕੀ ਲਾਜ। ਕਿਉਂਕਿ हे ਪ੍ਰਮਾਤਮਾ ਕੇਵਲ ਤੂੰ ਹੀ ਹੈ ਜਿਹੜਾ ਬਿਰਦ ਦੀ ਲਾਜ ਰੱਖਦਾ ਹੈ। ਆਪਾਂ ਵੀ ਅਰਦਾਸ ਵਿੱਚ ਕਹਿੰਦੇ ਆ, ਰੱਖਣਾ ਜੀ ਬਿਰਦ ਬਾਣੇ ਦੀ ਲਾਜ, ਕਿ ਸਾਡੀ ਲਾਜ ਰੱਖਿਓ। ਹਰਜੂ ਰਾਖ ਲਿਓ ਪਤ ਮੇਰੀ, ਸਾਡੀ ਪਤ ਰੱਖਿਓ। ਸਾਰੇ ਸੰਤ ਮਹਾਤਮਾ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਕਿ ਤੂੰ ਹੀ ਬਿਰਦ ਦੀ ਲਾਜ ਰੱਖਦਾ ਹੈ, ਸਾਡੀ ਵੀ ਲਾਜ ਰੱਖ। ਤੂੰ ਹੀ ਹੈ ਭੇਖ ਰੱਖਣੇ ਬਾਜ। ਤੂੰ ਹੀ ਸਾਧਾਂ ਸੰਤਾਂ ਦੇ ਭੇਸ ਦੀ ਰਾਖੀ ਕਰ ਸਕਦਾ ਹੈ, ਜੋ ਤਨ ਦੇ ਉੱਤੇ ਅਸੀਂ ਬਾਣਾ ਧਾਰਨ ਕੀਤਾ ਹੈ। ਸਭ ਸੂਰਨ ਕੇ ਦਲ ਨਹਿ ਹੋਏ। ਕਿਉਂਕਿ ਵੱਡੇ ਵੱਡੇ ਸੂਰਮੇ ਮਹਾਰਥੀ ਵੀ ਬਾਦਸ਼ਾਹਾਂ ਨਾਲ ਟੱਕਰ ਨਹੀਂ ਲੈ ਸਕਦੇ, ਪਰ ਪ੍ਰਮਾਤਮਾ ਨੂੰ ਦੁਨੀਆ ਦੇ ਝੂਠੇ ਬਾਦਸ਼ਾਹਾਂ ਦੀ ਮੁਹਤਾਜਗੀ ਨਹੀਂ। ਸ਼ੇਰ ਝੱਲ ਮਦ ਏਕੋ ਕੋਏ। ਕਿਉਂਕਿ ਜੰਗਲ ਦੇ ਵਿੱਚ ਭਾਵੇਂ ਜਾਨਵਰ ਬੜੇ ਹੋਣ, ਗਿੱਦੜ ਬੜੇ ਹੋਣ ਖਾਲਸਾ ਜੀ, ਪਰ ਸ਼ੇਰ ਕੱਲਾ ਵੀ ਹੋਵੇ ਤੇ ਸਾਰੇ ਜੰਗਲ ਦੇ ਜਾਨਵਰਾਂ ਨੂੰ ਅੱਗੇ ਲਾਣ ਦੀ ਜ਼ਰੂਰਤ ਰੱਖਦਾ ਹੈ। ਕਹਿੰਦੇ ਸੰਤ ਮਹਾਪੁਰਖ ਕਹਿਣ ਲੱਗੇ, ਪ੍ਰਮਾਤਮਾ ਤੂੰ ਉਹ ਬੱਬਰ ਸ਼ੇਰ ਹੈ ਜਿਹੜਾ ਦੁਨੀਆ ਦੇ ਜ਼ੁਲਮੀ ਬਾਦਸ਼ਾਹਾਂ ਦੇ ਤਖਤੇ ਪਲਟਾਉਣ ਦੀ ਤਾਕਤ ਰੱਖਦਾ ਹੈ। ਦੋਹਰਾ ਤੋ ਸਤਿਗੁਰੂ ਹਸ ਹੁਨ ਕਹਿਓ, ਤੁਮ ਸਭ ਕਰਨੇ ਜੋਗ। ਤਾਂ ਹੁਣ ਪ੍ਰਮਾਤਮਾ ਨੇ ਅਰਦਾਸ ਸੁਣ ਲਈ। ਪ੍ਰਮਾਤਮਾ ਦਾ ਸਰੂਪ ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ ਕਿ ਸੰਤੋ ਮਹਾਪੁਰਖੋ ਫਕੀਰੋ, ਸਾਰਾ ਕੁਝ ਕਰਨਾ ਤੇ ਤੁਸਾਂ ਨਹੀਂ ਹੈ। ਹਮਕੋ ਜਸ ਤੁਮ ਦੇਤ ਹੋ, ਕਲ ਕੋ ਸਭ ਭਲ ਹੋਗ। ਕਹਿਣ ਲੱਗੇ ਤੁਸਾਂ ਮੇਰੀ ਝੋਲੀ ਵਿੱਚ ਤੇ ਕੇਵਲ ਵਡਿਆਈ ਪਾਉਣੀ ਹੈ, ਕਰਨ ਵਾਲੇ ਤੁਸੀਂ ਆਪ ਹੀ ਹੋ। ਹੁਣ ਵੇਖੋ, ਇਹ ਗੁਰੂ ਨਾਨਕ ਸਾਹਿਬ ਦੀ ਨਿਮਰਤਾ ਹੀ ਹੈ ਨਾ। ਖੁਦ ਰੱਬ ਨੇ, ਪ੍ਰਮਾਤਮਾ ਨੇ, ਸੰਤ ਮਹਾਂਪੁਰਖ ਕਹਿ ਰਹੇ ਵੀ ਸਾਨੂੰ ਜ਼ੁਲਮੀ ਬਾਦਸ਼ਾਹ ਦੇ ਜ਼ੁਲਮ ਤੋਂ ਬਚਾ, ਤੇ ਗੁਰੂ ਨਾਨਕ ਸਾਹਿਬ ਨਿਮਰਤਾ ਚ ਕਹਿ ਰਹੇ ਮਹਾਂਪੁਰਸ਼ੋ ਕਰਨਾ ਤੁਸਾਂ ਹੈ, ਵਡਿਆਈ ਮੇਰੀ ਝੋਲੀ ਵਿੱਚ ਪਾਉਣੀ ਹੈ। ਸੱਚ ਹੈ, ਐਸੀ ਨਿਮਰਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਤੋਂ ਬਿਨਾਂ ਨਹੀਂ ਮਿਲ ਸਕਦੀ। ਇਹ ਮਹਾਰਾਜ ਨੇ ਸਾਡੇ ਵਾਸਤੇ ਪੂਰਨੇ ਪਾਏ। ਮਹਾਰਾਜ ਕਹਿਣ ਲੱਗੇ ਕੱਲ ਨੂੰ ਤੁਹਾਡਾ ਭਲਾ ਜ਼ਰੂਰ ਹੋਵੇਗਾ। ਚੌਪਈ ਸਭ ਸੰਤਨ ਨਿਜ ਚੱਕੀ ਚਲਾਏ। ਕਹਿੰਦੇ ਜਿਹੜੇ ਸੰਤ ਫਕੀਰ ਉਹਦੀ ਜੇਲ੍ਹ ਦੇ ਵਿੱਚ ਚੱਕੀ ਪੀਂਦੇ ਸੀ, ਸਿਰ ਕੋ ਟੋਕਰੀ ਉੱਚੀ ਦਿਖਾਏ। ਕਹਿੰਦੇ ਗੁਰੂ ਨਾਨਕ ਸਾਹਿਬ ਨੇ ਕਲਾ ਵਰਤਾਤੀ। ਰਾਜਾ ਸੀ ਜਿਹੜਾ ਬਾਦਸ਼ਾਹ ਸੀ, ਫਕੀਰਾਂ ਦੇ ਸਿਰਾਂ ਦੇ ਉੱਤੇ ਟੋਕਰੀਆਂ ਲਦਵਾਉਂਦਾ ਸੀ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੀ ਜੇਲ੍ਹ ਵੱਲ ਨਿਗਾਹ ਪਾਈ। ਜਦੋਂ ਸਿਰਾਂ ਤੇ ਸੰਤਾਂ ਨੇ ਟੋਕਰੀ ਚੱਕੀ, ਖਾਲਸਾ ਜੀ ਟੋਕਰੀ ਅੱਧੀ ਅੱਧੀ ਬਾਂਹ ਜਿੰਨੀ ਉੱਚੀ ਨਜ਼ਰ ਆਵੇ। ਭਾਵ ਟੋਕਰੀ ਦਾ ਭਾਰ ਸਿਰ ਤੇ ਨਹੀਂ ਸੀ ਪੈਂਦਾ, ਹਵਾ ਦੇ ਵਿੱਚ ਹੀ ਰਹਿੰਦੀ ਸੀ। ਤੇ ਜਿਹੜੀ ਚੱਕੀ ਸੀ, ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਚੱਕੀ ਵੀ ਆਪਣੇ ਆਪ ਹੀ ਚੱਲਣ ਲੱਗ ਪਈ। ਗੁਰੂ ਨਾਨਕ ਸਾਹਿਬ ਨੇ ਅਰਦਾਸ ਸੁਣ ਲਈ, ਮਹਾਰਾਜ ਨੇ ਕਲਾ ਵਰਤਾ ਦੀ, ਤੇ ਖਾਲਸਾ ਜੀ ਆਪਣੇ ਭਗਤਾਂ ਦੀ, ਆਪਣੇ ਸੰਤਾਂ ਦੀ ਲਾਜ ਰੱਖ ਲਈ। ਕੋਈ ਭਗਤ ਬਣ ਜਾਵੇ ਤੇ ਪ੍ਰਮਾਤਮਾ ਲਾਜ ਰੱਖਦਾ ਹੈ। ਤਾਂ ਹੀ ਰੋਜ਼ਾਨਾ ਰਹਿਰਾਜ ਸਾਹਿਬ ਚ ਪੜ੍ਹਦੇ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ। RAM ਰਾਜੇ ਹੰਕਾਰੀਆਂ ਨਿੰਦਕਾ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਉਹ ਲਾਜ ਤੇ ਰੱਖਦਾ ਹੈ, ਪਰ ਭਗਤ ਬਣਨਾ ਆਉਣਾ ਚਾਹੀਦਾ ਹੈ। ਲਾਜ ਰੱਖ ਕੇ ਹੰਕਾਰੀਆਂ ਨੂੰ ਪਿੱਠ ਵੀ ਦਿੰਦਾ ਹੈ, ਪਰ ਉਹਦੇ ਅੱਗੇ ਝੁਕਣਾ ਆਉਣਾ ਚਾਹੀਦਾ ਹੈ। ਅੱਜ ਗੁਰੂ ਨਾਨਕ ਨੇ ਕਲਾ ਵਰਤਾਈ, ਟੋਕਰੀਆਂ ਸਿਰਾਂ ਤੋਂ ਤਾਂ ਚੱਕਤੀਆਂ, ਸਿਰਾਂ ਤੇ ਭਾਰ ਨਹੀਂ ਪਿਆ ਤੇ ਚੱਕੀਆਂ ਆਪਣੇ ਆਪ ਚੱਲਣ ਲੱਗ ਪਈਆਂ। ਦੇਉ ਪੜਦਾ ਸਭ ਭੇਖ ਪਰ ਪਾਏ। ਇਸ ਤਰ੍ਹਾਂ ਸੱਚੇ ਪਾਤਸ਼ਾਹ ਨੇ ਪਰਦਾ ਪਾ ਦਿੱਤਾ, ਭੇਖਾਂ ਦੀ ਲਾਜ ਰੱਖ ਲਈ। ਸਤਿਗੁਰ ਅਦਕ ਭਇਓ ਜਸਵਾਏ। ਤਾਂ ਉਸ ਦਿੱਲੀ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਦਾ ਅਦਬ ਸਤਕਾਰ ਵੱਧ ਗਿਆ, ਮਹਾਰਾਜ ਦਾ ਪ੍ਰਤਾਪ ਵੱਧ ਗਿਆ। ਕੁੱਲ ਲੁਕਾਈ ਗੁਰੂ ਨਾਨਕ ਸਾਹਿਬ ਦੇ ਦੀਦਾਰਿਆਂ ਵਾਸਤੇ ਆਈ। ਦੋਹਰਾ ਮੁਇਓ ਹਾਥੀ ਹਥਵਾਨ ਕੋ, ਸ੍ਰੀ ਸਤਿਗੁਰ ਦੇਉ ਉਠਾਏ। ਉੱਥੇ ਖਾਲਸਾ ਜੀ ਦਿੱਲੀ ਦੇ ਬਾਦਸ਼ਾਹ ਦਾ ਇੱਕ ਹਾਥੀ ਸੀ, ਤੇ ਹਾਥੀ ਦੀ ਜੋ ਕਿ ਦੇਖਭਾਲ ਕਰਦਾ ਸੀ ਮਾਲੀ। ਕਹਿੰਦੇ ਅੰਮ੍ਰਿਤ ਵੇਲਾ ਸੀ ਤੇ ਹਾਥੀ ਮਰ ਗਿਆ, ਤੇ ਉਹਦਾ ਪਰਿਵਾਰ ਸਾਰਾ ਚੀਕ ਚਹਾੜਾ ਮਾਰੇ ਕਿ ਹਾਥੀ ਮਰ ਗਿਆ। ਤੇ ਦਿੱਲੀ ਦੇ ਬਾਦਸ਼ਾਹ ਨੇ ਸਭ ਤੋਂ ਪਹਿਲਾਂ ਤੇ ਸਾਨੂੰ ਜੇਲ੍ਹ ਵਿੱਚ ਅੰਦਰ ਕਰੇਗਾ, ਬੰਦੀ ਖਾਨੇ ਦੇ ਵਿੱਚ, ਕਿ ਤੁਸਾਂ ਨੇ ਹਾਥੀ ਦੀ ਸੰਭਾਲ ਨਹੀਂ ਕੀਤੀ, ਇਸ ਕਰਕੇ ਮਰ ਗਿਆ। ਤੇ ਦੂਸਰਾ, ਇਹ ਨੌਕਰੀ ਬਾਦਸ਼ਾਹ ਵੱਲੋਂ ਮਿਲੀ ਸੀ, ਪਰਿਵਾਰ ਦਾ ਖਰਚਾ ਚੱਲਦਾ ਸੀ। ਹੁਣ ਹਾਥੀ ਮਰ ਗਿਆ ਤੇ ਨੌਕਰੀ ਵੀ ਗਈ,
ਤੇ ਪਰਿਵਾਰ ਦਾ ਖਰਚਾ ਵੀ ਨਹੀਂ ਚੱਲਣਾ ਤੇ ਦੂਸਰਾ ਬਾਦਸ਼ਾਹ ਨੇ ਸਜ਼ਾ ਵੀ ਦੇਣੀ ਹੈ। ਤੇ ਉਸ ਵਕਤ ਦਿੱਲੀ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਵੀ ਪਹੁੰਚੇ ਹੋਏ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਚੌਂਕੜਾ ਲਾ ਕਰਕੇ ਬੈਠੇ ਤੇ ਰੋਣ ਕਰਲਾਉਣ ਦੀ ਚੀਕ ਚੁਹਾੜੇ ਦੀ ਆਵਾਜ਼ ਆਈ। ਤੇ ਜਦੋਂ ਇਸ ਤਰ੍ਹਾਂ ਰੋਣ ਦੀਆਂ ਆਵਾਜ਼ਾਂ ਆਈਆਂ, ਮਹਾਰਾਜ ਭਾਈ ਮਰਦਾਨਾ ਜੀ ਨੂੰ ਕਹਿੰਦੇ, ਮਰਦਾਨਿਆ ਅੰਮ੍ਰਿਤ ਵੇਲਾ ਹੈ, ਰੱਬ ਦੀ ਸਿਫਤ ਕਰਨ ਦਾ ਸਮਾਂ ਹੈ, ਕੌਣ ਰੋ ਰਿਹਾ ਕੁਰਲਾ ਰਿਹਾ ਹੈ। ਜਦੋਂ ਖਾਲਸਾ ਜੀ ਵੇਖਿਆ ਕਿ ਹਾਥੀ ਮਰ ਗਿਆ, ਭਾਈ ਮਰਦਾਨਾ ਜੀ ਨੇ ਸਾਰੀ ਗੱਲ ਦੱਸੀ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ, ਮਰਦਾਨਿਆ ਲਿਆ ਗੜਵੇ ਦੇ ਵਿੱਚ ਜਲ ਪਾ ਕੇ ਤੇ ਹੱਥ ਦੇ ਨਾਲ ਤਰੋਂਕਣਾ ਸ਼ੁਰੂ ਕਰ ਦੇ, ਨਾਲ ਨਾਲ ਮੂਲ ਮੰਤਰ ਜਪੀ ਜਾ, ਨਾਲ ਨਾਲ ਵਾਹਿਗੁਰੂ ਗੁਰਮੰਤਰ ਜਪੀ ਜਾ, ਸਤ ਕਰਤਾਰ ਦੀ ਧੁਨੀ ਲਾਈ ਜਾ, ਇਹ ਹਾਥੀ ਜਿਉਂਦਾ ਹੋ ਜਾਵੇਗਾ ਪਰ ਇਹਨਾਂ ਦੇ ਪਰਿਵਾਰ ਦੇ ਉੱਤੇ ਕੋਈ ਆਂਚ ਨਹੀਂ ਆਵੇਗੀ। ਖਾਲਸਾ ਜੀ ਗੁਰੂ ਨਾਨਕ ਸਾਹਿਬ ਦਾ ਬਚਨ ਮੰਨਿਆ, ਜਦੋਂ ਜਲ ਦੇ ਛਿੱਟੇ ਪਾਏ ਹਾਥੀ ਜਿਉਂਦਾ ਹੋ ਗਿਆ। ਤੇ ਉਹ ਪਰਿਵਾਰ ਨੇ, ਉਹ ਮਾਲੀ ਨੇ ਗੁਰੂ ਨਾਨਕ ਸਾਹਿਬ ਦੇ ਚਰਨ ਪਰਸੇ। ਵੇਖੋ ਇਹ ਗੁਰੂ ਨਾਨਕ ਸਾਹਿਬ ਦੀ ਵਡਿਆਈ ਇਹ ਨਹੀਂ, ਕਈ ਵਾਰ ਮਨ ਵਿੱਚ ਸ਼ੰਕਾ ਹੁੰਦਾ ਹੈ ਕਿ ਸ਼ਾਇਦ ਸਾਖੀਆਂ ਆਪਣੇ ਆਪ ਬਣਾ ਦਿੱਤੀਆਂ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਉਂਦਾ ਹੈ, ਜੇਤੇ ਜੀ ਜੀਵੇ ਲੈ ਸਾਹਾ, ਜੀ ਵਾਲੇ ਤਾਂ ਕੇ ਅਸਾ, ਨਾਨਕ ਜਿਉਂ ਜਿਉਂ ਕਰਤੇ ਭਾਵੈ, ਤਿਉਂ ਤਿਉਂ ਦੇ ਗਰਾ। ਜਿਹੜੇ ਬੰਦੇ ਸਾਹਾਂ ਨਾਲ ਜਿਉਂਦੇ ਰਹਿੰਦੇ ਆ, ਜੇ ਰੱਬ ਆਪਣੀ ਮੌਜ ਵਿੱਚ ਆ ਜਾਵੇ, ਇਹ ਬਿਨਾਂ ਸਾਹਾਂ ਤੋਂ ਵੀ ਜਿਉਂਦੇ ਰੱਖ ਸਕਦਾ ਹੈ। ਗੁਰੂ ਨਾਨਕ ਸਾਹਿਬ ਉਸ ਵਡਿਆਈ ਦੇ ਮਾਲਕ ਨੇ। ਸੋ ਅੱਜ ਦਿੱਲੀ ਦੀ ਧਰਤੀ ਤੇ ਜਿੱਥੇ ਅੱਜ ਗੁਰਦੁਆਰਾ ਮਜਨੂ ਕਾ ਟਿੱਲਾ ਹੈ, ਉਸ ਥਾਂ ਦੇ ਉੱਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮੋਇਆ ਹਾਥੀ ਜਿਉਂਦਾ ਕਰ ਦਿੱਤਾ। ਉਨਹੁਤੀ ਟਹਿਲ ਸੰਤਨ ਕਰੀ ਦਿਆ ਗੁਰ ਤਾਹੇ। ਕਹਿੰਦੇ ਕਿਸੇ ਲੋਭ ਕਰਕੇ ਨਹੀਂ ਮਹਾਰਾਜ ਨੇ ਕੋਤਕ ਵਰਤਾਇਆ, ਕਰਾਮਾਤ ਵਰਤਾਈ। ਉਹ ਇਸ ਕਰਕੇ ਮਹਾਰਾਜ ਨੇ ਕੋਤਕ ਵਰਤਾਇਆ, ਉਹ ਗਰੀਬ ਪਰਿਵਾਰ ਆਏ ਗਏ ਸੰਤਾਂ ਮਹਾਤਮਾ ਮਹਾਪੁਰਖਾਂ ਦੀ ਸੇਵਾ ਕਰਦਾ ਸੀ, ਆਮ ਪ੍ਰਜਾ ਦਾ ਭਲਾ ਕਰਦਾ ਸੀ, ਆਮ ਲੋਕਾਂ ਦੀ ਸੇਵਾ ਕਰਦਾ ਸੀ। ਇਸ ਕਰਕੇ ਗੁਰੂ ਨੇ ਦਇਆ ਕਰਕੇ ਉਹਨਾਂ ਦੇ ਉੱਤੇ ਕਿਰਪਾ ਕਰ ਦਿੱਤੀ, ਕਲਾ ਵਰਤਾ ਦਿੱਤੀ। ਚੋਪਈ ਓ ਸੁਨ ਗੁਰ ਪ੍ਰਸਾਦ ਸਾਇਆ। ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਨੇ ਮੋਇਆ ਹਾਥੀ ਜਿਉਂਦਾ ਕਰ ਦਿੱਤਾ, ਉਧਰੋਂ ਦਿੱਲੀ ਦੇ ਬਾਦਸ਼ਾਹ ਨੂੰ ਵੀ ਪਤਾ ਲੱਗ ਗਿਆ, ਇਹ ਜਾਦੂ ਇਨ ਹਿੰਦੂ ਚਲਾਇਆ। ਤੇ ਉਹ ਮਨ ਵਿੱਚ ਕਹਿਣ ਲੱਗਾ, ਇਹ ਤੇ ਕੋਈ ਹਿੰਦੂ ਜਾਦੂਗਰ ਆ ਗਿਆ ਬਈ, ਜਿਨੇ ਦਿੱਲੀ ਦੀ ਧਰਤੀ ਤੇ ਐਸਾ ਜਾਦੂ ਵਿਖਾ ਕਰਕੇ ਸਾਰੀ ਦੁਨੀਆ ਮਗਰ ਲਾ ਲਈ। ਸ਼ਹਿਰੋ ਇਨਕੋ ਦੇ ਕਢਾਏ। ਤੇ ਮਨ ਵਿੱਚ ਕਹਿਣ ਲੱਗਾ ਵੀ ਮੈਂ ਆਪਣਾ ਤਖਤ ਖੁੱਸਣ ਤੋਂ ਪਹਿਲਾਂ ਇਸ ਹਿੰਦੂ ਜਾਦੂਗਰ ਨੂੰ ਬਾਹਰ ਕੱਢ ਦਿਆਂ। ਹੁਕਮ ਜਾਰੀ ਕਰ ਦਿੱਤਾ ਕਿ ਦਿੱਲੀ ਸ਼ਹਿਰ ਤੋਂ ਗੁਰੂ ਨਾਨਕ ਸਾਹਿਬ ਨੂੰ ਬਾਹਰ ਕੱਢ ਦਿਓ। ਬੋਹਰ ਨਾ ਦਿੱਲੀ ਵਰਹਿ ਆਏ। ਇਹ ਦੁਬਾਰਾ ਦਿੱਲੀ ਦੀ ਧਰਤੀ ਤੇ ਨਾ ਆਉਣ, ਇਹ ਹੁਕਮ ਜਾਰੀ ਕਰ ਦਿੱਤੇ। ਸਤਿਗੁਰੂ ਕਿਉ ਹਮ ਤੋ ਵਰਹਿ ਆਏ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਹੱਸ ਕੇ ਬਾਦਸ਼ਾਹ ਨੂੰ ਵੇਖ ਕੇ ਕਹਿਣ ਲੱਗੇ, ਅੱਖਾਂ ਵਿੱਚ ਅੱਖਾਂ ਪਾ ਕੇ, ਝੂਠਿਆ ਬਾਦਸ਼ਾਹ, ਤੂੰ ਕਹਿਣਾ ਗੁਰੂ ਨਾਨਕ ਨੂੰ, ਇਸ ਨਾਨਕ ਫਕੀਰ ਨੂੰ ਤੂੰ ਦਿੱਲੀ ਦੀ ਧਰਤੀ ਤੋਂ ਬਾਹਰ ਕੱਢ ਦਵੇਂਗਾ। ਚੇਤੇ ਰੱਖੀ, ਕੱਲਾ ਗੁਰੂ ਨਾਨਕ ਨਹੀਂ, ਮੈਂ ਗੁਰੂ ਨਾਨਕ ਤੇ ਬਾਰ-ਬਾਰ ਆਵੇਗਾ ਤੇ ਗੁਰੂ ਨਾਨਕ ਦੇ ਪੈਰੋਕਾਰ ਵੀ ਬਾਰ-ਬਾਰ ਆਉਣਗੇ ਤੇ ਦਿੱਲੀ ਦੇ ਤਖਤ ਦੀ ਇੱਟ ਦੇ ਨਾਲ ਇੱਟ ਖੜਕਾਉਣਗੇ। ਖਾਲਸਾ ਜੀ ਇਹ ਕਾਰਨ ਹੈ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਹੀ ਨਹੀਂ ਗਏ, ਫਿਰ ਦਿੱਲੀ ਦੀ ਧਰਤੀ ਤੇ ਮਹਾਰਾਜ ਨੇ ਕਿਰਪਾ ਕੀਤੀ, ਗੁਰੂ ਹਰਕ੍ਰਿਸ਼ਨ ਸਾਹਿਬ ਵੀ ਗਏ। ਦਿੱਲੀ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਜੀ ਵੀ ਗਏ, ਦਿੱਲੀ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਵੀ ਗਏ ਤੇ ਦਿੱਲੀ ਦੇ ਤਖਤ ਦੀ ਇੱਟ ਦੇ ਨਾਲ ਇੱਟ ਖੜਕਾਈ। ਤੇ ਕੇਵਲ 10 ਪਾਤਸ਼ਾਹੀਆਂ ਨਹੀਂ ਗਈਆਂ, 10 ਪਾਤਸ਼ਾਹੀਆਂ ਦੇ ਸਿੱਖ ਵੀ ਗਏ, ਬੰਦਾ ਸਿੰਘ ਬਹਾਦਰ ਗਏ, ਖਾਲਸਾ ਜੀ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਲੂਵਾਲੀਆ ਗਏ। ਜਿਹੜੇ ਲਾਲ ਕਿਲੇ ਤੇ ਅੱਜ ਤਿਰੰਗਾ ਝੁਲਦਾ ਹੈ, ਉਸੇ ਲਾਲ ਕਿਲੇ ਤੇ ਗੁਰੂ ਕਿਆਂ ਸਿੱਖਾਂ ਨੇ 19 ਵਾਰ ਕੇਸਰੀ ਨਿਸ਼ਾਨ ਸਾਹਿਬ ਚਲਾਇਆ। ਗੁਰੂ ਨਾਨਕ ਸਾਹਿਬ ਨੇ ਤੇ ਪਹਿਲਾਂ ਹੀ ਬਚਨ ਕਰ ਦਿੱਤੇ ਸੀ, ਬਾਦਸ਼ਾਹ ਤੂੰ ਮੈਨੂੰ ਕੱਢਣਾ ਚਾਹੁੰਦਾ ਹੈ, ਚੇਤੇ ਰੱਖੀ ਮੈਂ ਤੇ ਵਾਰ-ਵਾਰ ਆਵਾਂਗਾ ਤੇ ਮੇਰੇ ਸਿੱਖ ਵੀ ਵਾਰ-ਵਾਰ ਚੜ ਕੇ ਆਉਣਗੇ ਤੇ ਤੇਰੀ ਦਿੱਲੀ ਨੂੰ ਲੁੱਟ ਕੇ ਲੈ ਜਾਣਗੇ। ਖਾਲਸਾ ਜੀ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉੱਥੇ ਕਿਰਪਾ ਕਰਕੇ ਕਲਾਧਾਰੀ ਅਗੰਮੀ ਬਚਨ ਕਰ ਦਿੱਤੇ। ਕਰ ਔਰ ਬਹਾਵੇ ਦਿੱਲੀ ਪਾਤਸ਼ਾਹ। ਕਹਿੰਦੇ ਗੁਰੂ ਨਾਨਕ ਸਾਹਿਬ ਦਾ ਇਹ ਬਚਨ ਹੋਇਆ
ਕਹਿ ਲੋ ਮਹਾਰਾਜ ਦੀ ਕਰੋਪੀ ਹੋ ਗਈ। ਜਿਸ ਦਿੱਲੀ ਦੇ ਬਾਦਸ਼ਾਹ ਨੂੰ ਆਪਣੇ ਤਖਤ ਦੇ ਉੱਤੇ ਆਪਣੀਆਂ ਫੌਜਾਂ ਦੇ ਉੱਤੇ ਗਰੂਰ ਸੀ ਖਾਲਸਾ ਜੀ, ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਨਾਲ ਮੱਥਾ ਲਾਇਆ, ਗਰੂਰ ਟੁੱਟ ਗਿਆ। ਦਿੱਲੀ ਦੇ ਤਖਤ ਦੀਆਂ ਫੌਜਾਂ ਵਿਅਰਥ ਹੋ ਗਈਆਂ, ਕਿਉਂਕਿ ਅੱਜ ਦਿੱਲੀ ਦਾ ਤਖਤ ਹਿਲ ਗਿਆ। ਪਠਾਣਾ ਤੋਂ ਬਾਅਦ ਮੁਗਲ ਹਕੂਮਤ ਦਾ ਬਾਦਸ਼ਾਹ ਬਾਬਰ ਬਾਦਸ਼ਾਹ ਦਿੱਲੀ ਦੇ ਤਖਤੇ ਦੇ ਉੱਤੇ ਕਾਬਜ ਹੋ ਗਿਆ। ਅਬ ਆਏ ਬੋਲਿਓ ਤੁਮਰੋ ਕਾਲ। ਕਹਿੰਦੇ ਗੁਰੂ ਨਾਨਕ ਸਾਹਿਬ ਨੇ ਤੇ ਸਿੱਧ ਕਰ ਦਿੱਤਾ ਸੀ ਕਿ ਬਾਦਸ਼ਾਹ ਤੇਰਾ ਕਾਲ ਮੰਡਰਾ ਰਿਹਾ। ਕਿਉਂਕਿ ਖਾਲਸਾ ਜੀ, ਜਿਨ੍ਹਾਂ ਦੀ ਮੌਤ ਨੇੜੇ ਆ ਜਾਵੇ, ਜਿਨ੍ਹਾਂ ਦੇ ਮਾੜੇ ਦਿਨ ਨੇੜੇ ਆ ਜਾਣ, ਉਹ ਬਾਦਸ਼ਾਹ ਫਿਰ ਖਾਲਸੇ ਪੰਥ ਨਾਲ ਮੱਥਾ ਲਾਉਂਦੇ ਨੇ, ਤੇ ਜਦੋਂ ਖਾਲਸੇ ਪੰਥ ਨਾਲ ਮੱਥਾ ਲਾਉਂਦੇ ਨੇ ਉਹਨਾਂ ਦੀਆਂ ਜੜ੍ਹਾਂ ਪੱਟੀਆਂ ਜਾਂਦੀਆਂ। ਸੋ ਭਾਈ ਰਤਨ ਸਿੰਘ ਭੰਗੂ ਕਹਿੰਦੇ, ਜਿਸ ਬਾਦਸ਼ਾਹ ਦੇ ਦਿਨ ਮਾੜੇ ਆ ਜਾਣ ਉਹ ਫਿਰ ਗੁਰੂ ਖਾਲਸੇ ਪੰਥ ਨਾਲ ਆ ਕੇ ਟੱਕਰ ਲੈਂਦਾ ਹੈ, ਤੇ ਜਦੋਂ ਖਾਲਸੇ ਪੰਥ ਨਾਲ ਟੱਕਰ ਲੈਂਦਾ ਹੈ, ਪੰਥ ਦੀ ਦਿਨੋ ਦਿਨ ਚੜ੍ਹਦੀ ਕਲਾ ਹੁੰਦੀ ਹੈ ਤੇ ਬਾਦਸ਼ਾਹ ਦਾ ਰਾਜ ਮਲੀਆ ਮੇਟ ਹੁੰਦਾ ਹੈ। 1878 ਸਾਲ ਕਹਿੰਦੇ 1878 ਸੰਮਤ ਦੀ ਇਹ ਗੱਲ ਹੈ। ਦੋਹਰਾ ਦਈ ਫਿਟਕ ਸ੍ਰੀ ਗੁਰੂ ਸੇ ਭਈ ਬਾਏ ਉਸ ਮਾਰ। ਕਹਿੰਦੇ ਗੁਰੂ ਨਾਨਕ ਦੀ ਫਿਟਕ ਦਾ ਸਦਕਾ ਐਸੀ ਮਾਰ ਪਈ ਕਿ ਦਿੱਲੀ ਦਾ ਤਖਤ ਹਿੱਲ ਗਿਆ। ਤਬ ਦਿੱਲੀ ਚੁਗਤੇ ਲਈ ਸਿੱਖੀ ਬਾਬੇ ਧਾਰ। ਬਾਬਰ ਬਾਦਸ਼ਾਹ ਨੇ ਗੁਰੂ ਨਾਨਕ ਦੇ ਚਰਨਾਂ ਤੇ ਝੁਕ ਕੇ ਅਰਦਾਸ ਕੀਤੀ ਤੇ ਮਹਾਰਾਜ ਨੇ 7 ਪੁਸ਼ਤਾਂ ਦਾ ਰਾਜ ਦਿੱਤਾ। ਫਿਰ ਚੁਗੱਤੇ ਤੋਂ ਭਾਵ ਮੁਗਲ ਹਕੂਮਤ ਦਿੱਲੀ ਦੇ ਤਖਤੇ ਤੇ ਆਣ ਬੈਠੀ। ਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਕਿਰਪਾ ਕਰਨ, ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਆਪਾਂ ਹੋਰ ਗੁਰੂ ਨਾਨਕ ਸਾਹਿਬ ਦੀ 10 ਪਾਤਸ਼ਾਹੀਆਂ ਦੀ ਵਡਿਆਈ ਤੇ ਖਾਲਸਾ ਪੰਥ ਦਾ ਇਤਿਹਾਸ ਸਰਵਣ ਕਰਾਂਗੇ। ਆਓ ਸ਼ਬਦ ਦਾ ਜਾਪ ਕਰਕੇ ਆਪਾਂ ਫਤਿਹ ਦੀ ਸਾਂਝ ਪਾਈਏ। ਸਾਰੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਪ੍ਰੇਮ ਸਹਿਤ ਉਚਾਰਨ ਕਰੋ ਜੀ। ਹੇ ਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤ ਕੇ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ ਰਾਖੋ ਹਿਐ ਪਰੋਏ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸੁ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।